तो सर्व नाम कथै कवन, कर्म नाम वर्णत सो मत। ज्यों बुलावह त्यों बोलै स्वामी, कुदरत कवन हमारी। साध संग नानक जस गायो, जो प्रभ की अत प्यारी। जेता समुंद सागर नीर भरिया, तेते अवगुण हमारे। दया करहो किश मेर उपावहो, डुबदे पत्थर तारे। दंडौत बंदन अनक बार, सर्ब कला समरथ। डोलन ते राखो प्रभु, नानक दे कर हथ। सज्जन सच्चा पातशाहो, सिर साहा दै साहो। जिस पास बैठिया सोहीऐ, सबना दा विसाहो। जिस पास बैठिया सोहीऐ, सबना दा विसाहो। सतनाम श्री वाहिगुरु जी। सलोक महला दूजा। जिनी चलन जानिया, से क्यों करहै विथार। चलन सार ना जाणई, काज सवारन हार। जिनी चलन जानिया, से क्यों करहै विथार। चलन सार ना जाननी, काज सवारन हार। चवर छतर तखत दे मालक, जुगो जुग अटल सतगुरु, गरीब नवाज सच्चे पातशाह, गुरता गद्दी के सिंघासन उपर सुभाएमान साहिब श्री गुरु ग्रंथ साहिब जी महाराज की पावन पवित्र हजूरी अंदर सच्चे पातशाह पंचम पातशाह साहिब श्री गुरु अर्जन देव साहिब जी महाराज सतगुरु जी के पावन स्थान उपर छेवें सतगुरु श्री गुरु हरगोबिंद साहिब महाराज के पावन पवित्र स्थान पर हाजरी भर रही समूह गुरु रूप गुरु खालसा साध संगत जीओ। आप जी सरबत संगत बहुत ही वड्डिया भागां वाले हो, जो सतगुरु साहिब जी के पावन पवित्र चरनां विच हाजिर हो करके धुर की बाणी के कीर्तन सरवण कीते ने। आशा जी की वार के पावन कीर्तन होए ने। सतगुरु साहिब जी ने शुभ सुभागा समा बख्शिश किया है, जो सतगुरु साहिब जी का पावन पवित्र हुक्मनामा साहिब है, यदि पावन पवित्र कथा विचार करन दा सुभाग समा प्राप्त होया है। सारी संगत गुरु चरनां दे विच हाजरी लवाओ, रसना नूं करो पवित्र। आखो जी वाहिगुरु जी का खालसा, वाहिगुरु जी की फतेह। असीं रोजाना सतगुरु साहिब महाराज के चरनां दे विच पहुँच करके संगत करते हाँ। संगत का फल कितना क वड्डा है,
ਇਹਦੇ ਬਾਬਤ ਸਤਿਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਅੰਦਰ ਜ਼ਿਕਰ ਕੀਤਾ ਹੈ। ਮਹਾਰਾਜ ਕਹਿਣ ਲੱਗੇ, ਪਰਮਾਤਮਾ ਦਾ ਵਾਸਾ ਪ੍ਰਭੂ ਦੀ ਸੰਗਤ ਵਿੱਚ ਹੈ। ਪਰਮਾਤਮਾ ਦਾ ਇਹ ਘਰ ਹੈ, ਨਿਜ ਘਰ ਮੇਰੋ ਸਾਧ ਸੰਗਤ। ਸੰਗਤ ਜਿਹੜੀ ਹੈ ਇਹ ਪਰਮਾਤਮਾ ਦਾ ਘਰ ਹੈ। ਤੇ ਸਤਿਗੁਰੂ ਕਹਿੰਦੇ ਜਿਹੜੇ ਸੰਗਤ ਨਹੀਂ ਕਰਦੇ ਉਹਨਾਂ ਦੀ ਹਿਰਦਿਆਂ ਦੀ ਮੈਲ ਨਹੀਂ ਕੱਟੀ ਜਾਂਦੀ। ਉਹਨਾਂ ਦੇ ਹਿਰਦੇ ਮੈਲ ਨਾਲ ਹੀ ਭਰੇ ਰਹਿੰਦੇ ਹਨ। ਤੇ ਜਿੰਨਾ ਚਿਰ ਹਿਰਦੇ ਦੀ ਮੈਲ ਸਾਫ਼ ਨਹੀਂ ਹੋ ਜਾਂਦੀ ਉਹਨਾਂ ਚਿਰ ਪਰਮਾਤਮਾ ਦਾ ਦਰਸ਼ਨ ਵੀ ਨਹੀਂ ਪ੍ਰਾਪਤ ਹੁੰਦਾ। ਔਰ ਸਤਿਗੁਰੂ ਸਾਹਿਬ ਮਹਾਰਾਜ ਦੀ ਬਾਣੀ ਤੋਂ ਇਲਾਵਾ ਗੁਰੂ ਘਰ ਦੇ ਵਿੱਚ, ਸਤਿਗੁਰਾਂ ਦੇ ਪਾਵਨ ਘਰ ਵਿੱਚ ਇੱਕ ਸਿੱਖ ਹੈ ਜਿਹਦਾ ਬਹੁਤ ਜ਼ਿਆਦਾ ਸਤਿਕਾਰ ਹੈ, ਜਿਨ੍ਹਾਂ ਨੂੰ ਸਿੱਖੀ ਦੇ ਵੇਦ ਵਿਆਸ ਕਿਹਾ ਜਾਂਦਾ ਹੈ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ। ਗੁਰਸਿੱਖਾਂ ਨੇ ਪ੍ਰਸ਼ਨ ਕੀਤਾ ਕਿ ਭਾਈ ਸਾਹਿਬ ਇਹ ਦੱਸੋ, ਸੰਸਾਰ ਦੇ ਅੰਦਰ ਕਿਹੜੀ ਐਸੀ ਰਿਸ਼ਤੇਦਾਰੀ ਹੈ ਜਿਹੜੀ ਸਭ ਤੋਂ ਚੰਗੀ ਹੈ? ਸੰਸਾਰ ਦੇ ਅੰਦਰ ਸਾਧ ਸੰਗਤ ਮੁੱਖ ਰੂਪ ਦੇ ਵਿੱਚ ਤਿੰਨ ਜਿਹੜੀਆਂ ਰਿਸ਼ਤੇਦਾਰੀਆਂ ਨੇ ਬਹੁਤ ਖਾਸ ਮੰਨੀਆਂ ਗਈਆਂ ਨੇ। ਇੱਕ ਤਾਂ ਜਿਸ ਪਰਿਵਾਰ ਵਿੱਚ, ਜਿਸ ਕੁਲ ਦੇ ਵਿੱਚ ਬੱਚੇ ਦਾ ਜਨਮ ਹੁੰਦਾ, ਆਪਣੇ ਪਿਤਾ ਦਾਦੇ ਦੀ ਕੁਲ। ਦੂਸਰਾ ਹੈ ਜਿਹਦੇ ਵਿੱਚ ਮਾਤਾ ਦਾ ਜਨਮ ਹੁੰਦਾ ਹੈ, ਉਹ ਹੈ ਨਾਨਕਿਆਂ ਦੀ ਕੁਲ। ਤੇ ਤੀਸਰਾ ਜਿਹੜਾ ਨਵਾਂ ਰਿਸ਼ਤਾ ਬੰਦੇ ਦਾ ਜੁੜਦਾ ਹੈ ਉਹ ਹੁੰਦਾ ਸਹੁਰਾ ਪਰਿਵਾਰ। ਹੋਰ ਵੀ ਸੰਬੰਧ ਹੈਗੇ ਨੇ, ਪਰ ਭਾਈ ਸਾਹਿਬ ਕਹਿੰਦੇ ਕੋਈ ਐਸਾ ਰਿਸ਼ਤੇਦਾਰੀ ਨਹੀਂ ਹੈ, ਐਸਾ ਕੋਈ ਸੰਬੰਧ ਸਾਨੂੰ ਤੇ ਨਜ਼ਰ ਨਹੀਂ ਆਉਂਦਾ ਜਿਹੜਾ ਪਰਮਾਤਮਾ ਦੇ ਪਿਆਰਿਆਂ ਦੀ ਸੰਗਤ ਦੇ ਤੁੱਲ ਬਰਾਬਰ ਹੋਵੇ। ਇਹ ਸੰਸਾਰ ਦੀਆਂ ਸੰਬੰਧ ਨੇ, ਸੰਸਾਰ ਦੀਆਂ ਜਿਹੜੀਆਂ ਰਿਸ਼ਤੇਦਾਰੀਆਂ ਨੇ, ਇਹ ਸੰਸਾਰ ਤੱਕ ਹੀ ਸੀਮਤ ਹੈ, ਇੱਥੋਂ ਤੱਕ ਹੀ ਰਹਿ ਜਾਂਦੀਆਂ ਨੇ। ਤੇ ਕਹਿਣ ਲੱਗੇ, ਨਹੀਂ ਦਦਸਾਰ ਪਿਤ ਪਿਤਾਮਾ ਪਰ ਪਿਤਾਮਾ, ਸਜਨ ਕੁਟੰਬ ਸੁਤ ਬਾਂਧਵ ਨ ਭਰਾਤਾ ਹੈ। ਨਾ ਤੇ ਪਿਤਾ ਹੀ ਸਾਧ ਸੰਗਤ ਸਾਥ ਦਿੰਦਾ ਹੈ, ਨਾ ਫਿਰ ਪਿਤਾ ਦਾ ਪਿਤਾ ਦਾਦਾ ਜੋ ਹੁੰਦਾ ਹੈ, ਤੇ ਨਾ ਹੀ ਪਰ ਪਿਤਾਮਾ ਭਾਵ ਕੇ ਪੜਦਾਦਾ। ਕਹਿੰਦੇ ਅਸੀਂ ਤਾਂ ਆਪਣੀ ਦ੍ਰਿਸ਼ਟੀ ਨਾਲ, ਆਪਣੀ ਨਿਗਾਹ ਨਾਲ ਦੇਖਿਆ ਕਿ ਪਰਿਵਾਰਾਂ ਵਿੱਚੋਂ ਕੋਈ ਵੀ ਸਾਥ ਨਹੀਂ ਦੇ ਸਕਦਾ ਜੀਵ ਦਾ। ਸਜਨ ਕੁਟੰਬ ਸੁਤ ਬਾਂਧਵ ਨ ਭਰਾਤਾ ਹੈ, ਨਾ ਹੀ ਸੱਜਣ ਤੇ ਨਾ ਹੀ ਪੁੱਤਰ, ਨਾ ਧੀਆਂ, ਨਾ ਸਾਰਾ ਪਰਿਵਾਰ, ਨਾ ਕੋਈ ਬੰਧੂ ਰਿਸ਼ਤੇਦਾਰ ਤੇ ਨਾ ਹੀ ਕੋਈ ਭਰਾ। ਇਹਨੂੰ ਕਹਿੰਦੇ ਅਸੀਂ ਸੱਚੀ ਰਿਸ਼ਤੇਦਾਰੀ ਨਹੀਂ ਮੰਨਦੇ। ਤੇ ਬਹੁਤ ਸਾਧ ਸੰਗਤ ਇੱਕ ਵੈਰਾਗਮਈ ਵੀ ਮਹਾਰਾਜ ਦਾ ਉਪਦੇਸ਼ ਹੈ ਭਾਈ ਸਾਹਿਬ ਦਾ, ਕਿ ਦੁਨੀਆ ਦੇ ਭਾਵੇਂ ਜਿਹੜੇ ਮਰਜ਼ੀ ਰਿਸ਼ਤੇ ਨੇ, ਕੋਈ ਅਸਲ ਸੱਚਾ ਰਿਸ਼ਤਾ ਹੈ ਨਹੀਂ ਹੈ। ਹਾਂ, ਜੇਕਰ ਕੋਈ ਸਾਧ ਸੰਗਤ ਗੁਰਸਿੱਖਾਂ ਦਾ ਰਿਸ਼ਤਾ ਹੈ, ਵਿਚਾਰ ਦਾ ਰਿਸ਼ਤਾ, ਅਸੀਂ ਆਪਣੇ ਪਰਿਵਾਰ ਵਿੱਚ, ਆਪਣੇ ਘਰ ਵਿੱਚ ਵੀ ਰਹਿੰਦੇ ਆ ਨਾ, ਜੇਕਰ ਸਾਡਾ ਭਰਾ ਦੇ ਨਾਲ ਵਿਚਾਰ ਨਹੀਂ ਰਲਦੇ ਤੇ ਸਾਡੀ ਉਹਦੇ ਨਾਲ ਬਹੁਤ ਜ਼ਿਆਦਾ ਬਣਦੀ ਨਹੀਂ ਹੈ। ਜੇਕਰ ਵਿਚਾਰ ਰਲ ਗਏ ਤੇ ਸਾਡੇ ਮਾਤਾ ਪਿਤਾ ਨਾਲ ਸਾਡਾ ਬਹੁਤ ਚੰਗਾ ਪ੍ਰੇਮ ਪੈ ਜਾਂਦਾ ਹੈ। ਜੇਕਰ ਤੁਸੀਂ ਗੁਰੂ ਸਾਹਿਬ ਨੂੰ ਮੰਨਣ ਵਾਲੇ ਹੋ, ਗੁਰੂ ਸਾਹਿਬ ਦੇ ਸਿਧਾਂਤ 'ਤੇ ਚੱਲਦੇ, ਸ਼ਰਧਾ ਰੱਖਦੇ, ਤੇ ਫਿਰ ਤੁਸੀਂ ਚਾਹੋਗੇ ਸਾਡਾ ਭਰਾ, ਸਾਡਾ ਸਾਰਾ ਪਰਿਵਾਰ ਹੀ ਗੁਰੂ ਸਾਹਿਬ ਨੂੰ ਮੰਨੇ। ਜੇਕਰ ਸਾਡੇ ਹੀ ਪਰਿਵਾਰ ਵਿੱਚੋਂ ਕੋਈ ਮਨਮਤ ਕਰੇ ਤੇ ਫਿਰ ਸਾਡੀ ਸਾਂਝ ਟੁੱਟ ਜਾਂਦੀ ਹੈ। ਇਸ ਕਰਕੇ ਖੂਨ ਦੇ ਰਿਸ਼ਤੇ ਨਾਲੋਂ ਵੀ ਵਿਚਾਰ ਦੇ ਰਿਸ਼ਤੇ ਕਈ ਵਾਰੀ ਬਹੁਤੇ ਜ਼ਿਆਦਾ ਕਾਮਯਾਬ ਹੀ ਰਹਿੰਦੇ ਹਨ। ਤੇ ਗੁਰਸਿੱਖਾਂ ਦਾ ਰਿਸ਼ਤਾ ਵੀ ਵਿਚਾਰ ਦਾ ਹੈ, ਸੰਗਤ ਦਾ ਹੈ।
ਤੇ ਭਾਈ ਸਾਹਿਬ ਕਹਿੰਦੇ ਨਾ ਪਰਿਵਾਰ ਦੇ ਵਿੱਚੋਂ, ਦਾਦੇ ਪਰਿਵਾਰ ਦੇ ਵਿੱਚੋਂ ਜਿਹੜੀਆਂ ਰਿਸ਼ਤੇਦਾਰੀਆਂ ਨੇ, ਜਿੰਨਾ ਪਰਿਵਾਰ ਹੈ, ਭੂਆ ਆ ਗਈਆਂ, ਭੂਆ ਦੇ ਪੁੱਤਰ ਆ ਗਏ, ਇਹ ਸਾਰਾ ਪਰਿਵਾਰ, ਇਹ ਸਾਰਾ ਸੰਬੰਧ ਕਹਿੰਦੇ ਨਿਭਣ ਵਾਲਾ ਨਹੀਂ ਹੈ। ਫਿਰ ਦੂਜੀ ਗੱਲ ਸਿੱਖ ਕਹਿੰਦੇ ਫਿਰ ਮਾਤਾ ਦਾ ਜਿਹੜਾ ਪਰਿਵਾਰ ਹੁੰਦਾ, ਨਾਨਕਾ ਪਰਿਵਾਰ, ਉਹ ਤਾਂ ਨਿਭਦਾ ਹੋਵੇਗਾ ਨਾ ਲੋਕ ਪਰਲੋਕ ਤੱਕ। ਲੋਕ ਤੱਕ ਤਾਂ ਸਾਰੇ ਰਿਸ਼ਤੇ ਨਿਭਦੇ ਨੇ ਦੁਨੀਆ ਤੱਕ, ਪਰਲੋਕ ਵਿੱਚ ਕੋਈ ਕੋਈ ਜਾਂਦਾ ਹੈ। ਸਤਿਗੁਰੂ ਕਹਿੰਦੇ ਜਾਵੇਗਾ ਉਹ ਹੀ ਜਿਹੜਾ ਸੱਚਾ ਮਿੱਤਰ ਹੈ, ਸੰਤ ਮਿੱਤਰ ਹੈ ਜਿਹੜਾ। ਮਹਾਰਾਜ ਕਹਿੰਦੇ ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿੱਤ ਨਾ ਰਹਿਓ ਕੋਈ। ਦੁਨੀਆ ਕਿੱਦਾਂ ਦੀ ਹੈ, ਕੋਈ ਸੰਤ ਮਿੱਤਰ ਤਾਂ ਰਹਿ ਹੀ ਨਹੀਂ ਗਿਆ। ਮਹਾਰਾਜ ਕਹਿੰਦੇ ਮਿੱਤਰ ਸਹੀ ਨਾਲ ਮੈਂ ਚਲਦਿਆਂ ਨਾਲ ਚੱਲਾਂ, ਜਿੱਥੇ ਲੇਖਾ ਮੰਗਿਆ ਤਿੱਥੇ ਖੜੇ ਦਿਸਣ। ਮੇਰੇ ਸੱਜਣ ਉਹ ਨੇ, ਮੇਰੇ ਮਿੱਤਰ ਉਹ ਨੇ ਜਿਹੜੇ ਪ੍ਰਮਾਤਮਾ ਦੇ ਘਰ ਦੇ ਵਿੱਚ, ਪਰਲੋਕ ਦੇ ਵਿੱਚ ਵੀ ਮੇਰਾ ਸਾਥ ਨਿਭਾਉਣ, ਉੱਥੇ ਵੀ ਮੇਰੀ ਗਵਾਹੀ ਦੇਣ। ਤੇ ਜਦੋਂ ਐਸੀ ਵਿਚਾਰ ਕਰਕੇ ਦੇਖਾਂਗੇ ਤੇ ਫਿਰ ਸੱਚਾ ਮਿੱਤਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਡੇ। ਪੰਚਮ ਪਾਤਸ਼ਾਹ ਗੁਰਦੇਵ ਹੀ ਹਨ ਜਿਹੜੇ ਸਾਨੂੰ ਲੋਕ ਪਰਲੋਕ ਦੀ ਅੱਗ ਤੋਂ, ਦੁੱਖਾਂ ਤੋਂ ਬਚਾ ਸਕਦੇ ਨੇ, ਜੰਮਣ ਮਰਨ ਤੋਂ। ਕਹਿਣ ਲੱਗੇ ਨਾ ਦਾਦਕੇ ਪਰਿਵਾਰ ਵਿੱਚ ਹੀ ਕੋਈ ਹੈ ਤੇ ਫਿਰ ਨਾ ਹੀ ਨਾਨਕੇ ਪਰਿਵਾਰ ਵਿੱਚ ਨਹੀਂ ਨਨਸਾਰ। ਕਹਿੰਦੇ ਨਾ ਹੀ ਨਾਨਕਿਆਂ ਦੇ ਵਿੱਚੋਂ, ਮਾਤਾ ਪਰ ਮਾਤਾ, ਬਿਰਧ ਪਰ ਮਾਤਾ, ਨਾ ਮਾਂ ਨੇ ਸਾਥ ਦੇਣਾ, ਨਾ ਨਾਨੀ ਮਾਂ ਨੇ ਸਾਥ ਦੇਣਾ, ਤੇ ਨਾ ਨਾਨੀ ਦੀ ਜਿਹੜੀ ਮਾਂ ਹੈ, ਭਾਵ ਕਿ ਜਿਹੜੀ ਸਾਡੀ ਮਾਤਾ ਦੀ ਨਾਨੀ ਹੈ, ਉਹਨੇ ਵੀ ਸਾਥ ਨਹੀਂ ਦੇਣਾ। ਇਸੇ ਤਰ੍ਹਾਂ ਮਾਮੀ, ਮਾਸੀ ਔਰ ਮੌਸਾ ਵਿਵਧ ਵਿਖਿਆਤਾ ਹੈ। ਜਿਹੜੇ ਇਹ ਰਿਸ਼ਤੇਦਾਰ ਪ੍ਰਗਟ ਹੀ ਨੇ ਸੰਸਾਰ ਦੇ ਵਿੱਚ, ਮਾਮੀਆਂ, ਮਾਮੇ, ਮਾਸੀਆਂ ਤੇ ਮਾਸੜ, ਕੋਈ ਇਹਨਾਂ ਵਿੱਚੋਂ ਨਹੀਂ ਹੈ। ਨਹੀਂ ਸਸੁਰਾਰ। ਹੁਣ ਤੀਜੀ ਰਿਸ਼ਤੇਦਾਰੀ ਹੈ ਜਿਹੜੀ ਬੰਦੇ ਦੀ ਨਵੀਂ ਹੁੰਦੀ ਹੈ, ਕਹਿੰਦੇ ਇਹ ਵੀ ਨਹੀਂ ਨਿਭਦੀ। ਸਹੁਰੇ ਪਰਿਵਾਰ ਵਿੱਚੋਂ ਵੀ ਕੋਈ ਨਹੀਂ ਤੁਹਾਡਾ ਪਰਲੋਕ ਦੇ ਵਿੱਚ ਜਾਣ ਵਾਲਾ, ਉਹ ਵੀ ਸੰਬੰਧ ਇੱਥੋਂ ਤੱਕ ਹੀ ਰਹਿ ਜਾਂਦਾ ਹੈ। ਸਰੀਰ ਦਾ ਸੰਬੰਧ ਹੈ ਨਾ ਸਾਧ ਸੰਗਤ, ਸਰੀਰ ਇੱਥੇ ਰਹਿ ਗਿਆ ਤੇ ਸੰਬੰਧ ਵੀ ਇੱਥੇ ਹੀ ਰਹਿ ਗਏ। ਤੇ ਨਾ ਹੀ ਕਹਿੰਦੇ ਇਹ ਵੀ ਸਹੁਰਾ ਪਰਿਵਾਰ ਵੀ ਨਾਲ ਨਹੀਂ ਚੱਲਦਾ। ਜਿੰਨੀਆਂ ਵੀ ਰਿਸ਼ਤੇਦਾਰੀਆਂ ਨੇ, ਸਾਸ ਸਸੁਰਾ ਸਾਰੋ ਔਰ ਸਾਰੀ, ਇਹ ਕੋਈ ਨਹੀਂ ਨਿਭਦਾ। ਨਾ ਸੱਸ, ਨਾ ਸਹੁਰਾ, ਨਾ ਸਾਲੀ ਤੇ ਨਾ ਸਾਲੀਆਂ, ਨਾ ਹੀ ਸਾਲੇ ਜਿਹੜੇ ਹਨ। ਸਿੱਧਾ ਜਿਹਾ ਹੀ ਭਾਈ ਸਾਹਿਬ ਜੀ ਨੇ ਆਪਣੇ ਖੁੱਲ੍ਹੇ ਲਫ਼ਜ਼ਾਂ ਦੇ ਵਿੱਚ ਬਿਆਨ ਕੀਤਾ, ਨਹੀਂ ਬਿਰਤੀ ਸੁਰ ਮੈਂ ਜਾਚਕ ਨਾ ਦਾਤਾ ਹੈ। ਇੱਕ ਹੋਰ ਰਿਸ਼ਤੇਦਾਰੀ ਹੈ, ਸੰਬੰਧ ਹੈ, ਪੁਰਾਣਾ ਵਕਤ ਸੀ ਨਾ ਉਸ ਵੇਲੇ ਦੀ ਕਹੀ ਹੈ। ਬਿਰਤੀ ਸੁਰ ਕਹਿੰਦੇ ਨੇ ਪੁਰੋਹਿਤ ਨੂੰ, ਕੁੱਲ ਦਾ ਬ੍ਰਾਹਮਣ। ਪੁਰਾਣੇ ਵਕਤ ਦੀ ਗੱਲ ਹੈ, ਹੁਣ ਤਾਂ ਇਹ ਮਹਾਰਾਜ ਦੀ ਬਖਸ਼ਿਸ਼ ਹੋਈ ਹੈ ਕਿ ਐਸਾ ਭਰਮ ਗੁਰਸਿੱਖਾਂ ਵਿੱਚੋਂ ਨਿਕਲ ਗਿਆ ਹੈ। ਪੁਰਾਣੇ ਟਾਈਮ ਦੇ ਵਿੱਚ ਜਿਹੜਾ ਪੁਰੋਹਿਤ ਹੁੰਦਾ ਸੀ, ਉਹ ਕੁੱਲ ਦੇ ਕੰਮ ਕਰਿਆ ਕਰਦਾ ਸੀ ਸਾਰੇ। ਬੱਚਿਆਂ ਦੇ ਮੰਗਣੇ ਹੋਣੇ, ਵਿਆਹ ਹੋਣੇ, ਇਹ ਸਾਰੇ ਬ੍ਰਾਹਮਣ ਨੇ ਕਰਮ ਕਰਨੇ। ਉਹਨੂੰ ਪ੍ਰਧਾਨ ਬਣਾਇਆ ਹੁੰਦਾ ਸੀ, ਰਿਸ਼ਤੇ ਵੀ ਉਹੋ ਹੀ ਜੋੜ ਕੇ ਆਉਂਦਾ ਸੀ ਧੀਆਂ ਪੁੱਤਰਾਂ ਦੇ। ਤੇ ਕਹਿੰਦੇ ਉਹਦਾ ਵੀ ਰਿਸ਼ਤਾ ਜਿਹੜਾ ਹੈ ਨਿਭਣ ਵਾਲਾ ਨਹੀਂ ਹੈ, ਸੰਸਾਰ ਤੱਕ ਹੀ ਮਾਇਆ ਦਾ ਹੀ ਸੰਬੰਧ ਹੈ। ਤੇ ਇੱਕ ਹੋਰ ਰਿਸ਼ਤੇਦਾਰੀ ਹੈ ਦੁਨੀਆ ਦੇ ਵਿੱਚ, ਉਹ ਹੈ ਮੰਗਤੇ ਦੀ ਤੇ ਦਾਨ ਕਰਨ ਵਾਲੇ ਦੀ, ਦਾਤੇ ਦੀ। ਅਸਲ ਵਿੱਚ ਦਾਤਾ ਤੇ ਵਾਹਿਗੁਰੂ ਪਰਮਾਤਮਾ ਹੀ ਹੈ, ਪਰ ਦੁਨੀਆ ਵਾਸਤੇ ਇਹ ਲਫ਼ਜ਼ ਵਰਤਿਆ ਜਾਂਦਾ, ਜਿਹੜਾ ਦਾਨ ਕਰੇ ਉਹਨੂੰ ਦਾਤਾ ਕਹਿ ਦਿੰਦੇ। ਨਾ ਹੀ ਮੰਗਤਾ ਤੇ ਦਾਨੀ, ਦੋਵਾਂ ਦੀ ਰਿਸ਼ਤੇਦਾਰੀ ਹੈ, ਮਿੱਤਰਤਾਈ ਹੈ, ਇੱਕ ਸੰਬੰਧ ਹੈ, ਇੱਕ ਲਗਾਵ ਹੈ। ਉਹ ਕੀ ਹੈ ਕਿ ਜਿੰਨਾ ਚਿਰ ਦਾਨੀ ਦਾਨ ਕਰਦਾ ਰਹਿੰਦਾ ਹੈ, ਉਨਾ ਚਿਰ ਮੰਗਤਾ ਉਹਦੇ ਦਰ 'ਤੇ ਮੰਗਣ ਆਉਂਦਾ। ਜਦੋਂ ਉਹ 10 ਦਿਨ 5 ਦਿਨ 2 ਦਿਨ ਜਦੋਂ ਨਾ ਕਰ ਦੇਵੇ ਤੇ ਮੰਗਤਾ ਮੁੜ ਕੇ ਉਹਦੇ ਨਾਲ ਗੁੱਸੇ ਹੋ ਜਾਂਦਾ ਕਿ ਮੈਨੂੰ ਦਿੱਤਾ ਕੁਛ ਨਹੀਂ ਹੈ। ਇਹ ਵੀ ਕਹਿੰਦੇ ਸੰਬੰਧ ਟੁੱਟ ਜਾਏਗਾ। ਇਹ ਵੀ ਦੁਨੀਆ ਤੱਕ ਹੀ ਸੀਮਤ ਹੈ। ਤੇ ਫਿਰ ਹੋਰ ਸੰਬੰਧ ਕਿੱਡੇ ਗਹਿਰੇ ਸਾਡੇ ਬਣੇ ਹੋਏ ਨੇ। ਮੈਂ ਵਿਚਾਰ ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤਾ, ਇਹਦੇ 'ਤੇ ਲੈ ਕੇ ਆ ਰਿਹਾ।
ਆਸਨ ਬਸਨ ਧਨ ਧਾਮ ਕਾਹੂ ਮੈਂ ਨਾ ਦੇਖਿਓ, ਜੈਸਾ ਗੁਰ ਸਿੱਖ ਸਾਧ ਸੰਗਤ ਕੋ ਨਾਤਾ ਹੈ। ਅਸਨ ਨਾਮ ਹੈ ਸਾਧ ਸੰਗਤ ਭੋਜਨਾਂ ਦਾ। ਬਸਨ ਬਸਤਰ ਜਿਹੜੇ ਹਨ, ਧਨ ਜਿਹੜੀ ਮਾਇਆ ਹੈ, ਪੈਸਾ ਜੋੜਦੇ ਹਾਂ। ਧਾਮ ਜਿਹੜੇ ਘਰ ਬਣਾਏ ਹੋਏ ਹਨ। ਕਹਿੰਦੇ ਕਿਸੇ ਦੇ ਵਿੱਚ ਵੀ ਐਸੀ ਰਿਸ਼ਤੇਦਾਰੀ ਨਹੀਂ, ਐਸਾ ਸੰਬੰਧ ਨਹੀਂ ਹੈ ਜੈਸਾ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ। ਜਿੱਦਾਂ ਦਾ ਗੁਰਸਿੱਖਾਂ ਦੀ ਸੰਗਤ ਦਾ ਸੰਬੰਧ ਹੈ, ਰਿਸ਼ਤੇਦਾਰੀ ਹੈ। ਇਹ ਗੁਰਸਿੱਖ ਜਿਹੜੇ ਨੇ ਇਹ ਤੁਹਾਡੇ ਪਰਲੋਕ ਵਿੱਚ ਵੀ ਸਾਥ ਹੋਣ ਵਾਲੇ ਨੇ। ਦੁਨੀਆ ਤਾਂ ਸਾਨੂੰ ਜਿਉਂਦੇ ਜੀ ਛੱਡ ਜਾਂਦੀ ਹੈ। ਮਹਾਰਾਜ ਕਹਿੰਦੇ ਐਸੇ ਸੱਜਣ ਲੱਭ ਲੈ, ਐਸੇ ਮਿੱਤਰ ਲੱਭ ਲੈ ਜਿਹੜੇ ਪੱਕੇ ਹੋਵਣ, ਜਿਹੜੇ ਤੇਰੇ ਪਰਲੋਕ ਵਿੱਚ ਵੀ ਤੇਰਾ ਸਾਥ ਨਿਭਾ ਦੇਣ। ਅਤੇ ਸਾਧ ਸੰਗਤ ਜਦੋਂ ਇਹ ਸ਼ਬਦਾਂ ਦੀ ਅਸੀਂ ਵਿਚਾਰ ਕਰ ਲਵਾਂਗੇ ਤਾਂ ਫਿਰ ਮਹਾਰਾਜ ਕਹਿੰਦੇ ਨੇ ਸਾਨੂੰ ਮੱਤ ਆ ਜਾਂਦੀ ਹੈ ਸਤਿਗੁਰੂ ਸਾਹਿਬ ਦੀ। ਜੋ ਦੂਸਰੇ ਪਾਤਸ਼ਾਹ ਜੀ ਧੰਨ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਆਪਣੀ ਪਾਵਨ ਪਵਿੱਤਰ ਰਸਨਾ ਤੋਂ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸੇਵਾ ਕੀਤੀ ਹੈ। ਸਾਧ ਸੰਗਤ ਅੱਜ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਗਰੀਬ ਨਿਵਾਜ ਦੇ ਵੱਡੇ ਸਪੁੱਤਰ ਜੋ ਬਹੁਤ ਸਿੱਧ ਪੁਰਸ਼ ਹੋਏ ਨੇ, ਬਾਬਾ ਸ਼੍ਰੀ ਚੰਦ ਜੀ, ਉਹਨਾਂ ਦਾ ਪਾਵਨ ਜਨਮ ਦਿਹਾੜਾ ਹੈ। ਅਤੇ ਛੋਟੀ ਜਿਹੀ ਵਿਚਾਰ ਮੈਂ ਰੱਖ ਦੇਵਾਂ ਕਿ ਅੱਜ ਸਿੱਖ ਇਹ ਗੱਲ ਆਮ ਕਹਿ ਦਿੰਦੇ ਨੇ ਕਿ ਅਸੀਂ ਬਾਬੇ ਸ਼੍ਰੀ ਚੰਦ ਨੂੰ ਨਹੀਂ ਮੰਨਦੇ। ਤੁਸੀਂ ਮੰਨਣਾ ਨਹੀਂ ਮੰਨੋ, ਪਰ ਜਿਹੜੀਆਂ ਗੱਲਾਂ ਕਰਦੇ ਨੇ ਭਾਵ ਕਿ ਸਤਿਕਾਰ ਵੀ ਨਹੀਂ ਕਰਦੇ, ਇਹ ਬਹੁਤ ਭੈੜੀ ਗੱਲ ਹੈ। ਉਹ ਗੁਰੂ ਸਪੁੱਤਰ ਹਨ, ਗੁਰੂ ਸਾਹਿਬ ਦੇ ਸਾਹਿਬਜ਼ਾਦੇ ਹਨ, ਅਤੇ ਅਸੀਂ ਉਹਨਾਂ ਦਾ ਸਤਿਕਾਰ ਕਰਨਾ ਹੈ। ਗੁਰੂ ਸਾਹਿਬ ਮਹਾਰਾਜ ਦਾ ਉਹਨਾਂ ਨੇ ਹੁਕਮ ਨਹੀਂ ਉਹਨਾਂ ਕੋਲੋਂ ਮੰਨਿਆ ਗਿਆ, ਕਿਉਂਕਿ ਗੁਰੂ ਸਾਹਿਬ ਦਾ ਇਹ ਹੁਕਮ ਹੈ, ਇਹ ਕੋਈ ਵਿਰਲਾ ਹੀ ਬਣ ਸਕਦਾ ਹੈ। ਉਸ ਹੁਕਮ ਵਿੱਚ ਪੂਰੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਭਾਈ ਲਹਿਣਾ ਸਾਹਿਬ ਉਤਰੇ। ਜੇ ਵਿਚਾਰ ਕਰੋ ਨਾ, ਇੱਕ ਸਮਾਂ ਐਸਾ ਵੀ ਆਇਆ ਜਦੋਂ ਧੰਨ ਬਾਬਾ ਬੁੱਢਾ ਸਾਹਿਬ ਜੀ ਵੀ ਗੁਰੂ ਸਾਹਿਬ ਦੇ ਬਚਨ ਨੂੰ ਮੰਨਣ ਦੇ ਵਿੱਚ ਸਮਰੱਥ ਨਹੀਂ ਰਹੇ। ਚਿੱਤ ਡੋਲ ਗਿਆ ਕਿ ਗੁਰੂ ਸਾਹਿਬ ਜੀ ਨੂੰ ਕੀ ਹੋ ਗਿਆ ਹੈ। ਉਹ ਵੀ ਪਿੱਛੇ ਹਟ ਗਏ ਸਨ, ਪਰ ਉਹਨਾਂ ਦਾ ਸਤਿਕਾਰ ਸਿੱਖ ਜਗਤ ਅੰਦਰ ਹੈ। ਗੁਰੂ ਸਾਹਿਬ ਮਹਾਰਾਜ ਦਾ ਹੁਕਮ ਨਹੀਂ ਮੰਨਿਆ ਗਿਆ, ਕਿਉਂਕਿ ਸਤਿਗੁਰੂ ਸਾਹਿਬ ਜੀ ਨੇ ਪਰਖ ਕੀਤੀ ਸੀ ਗੁਰਤਾ ਗੱਦੀ ਵਾਸਤੇ। ਪਰ ਇਹ ਨਹੀਂ ਕਿ ਉਹ ਗੁਰੂ ਸਾਹਿਬ ਮਹਾਰਾਜ ਦੀ ਆਗਿਆ ਤੋਂ ਬਹੁਤ ਉਲਟੀ ਚਲੇ ਗਏ ਸਨ ਕਿ ਵੱਖਰੇ ਹੀ ਕੰਮ ਕਰਨ ਲੱਗ ਪਏ ਸਨ। ਜਿਨ੍ਹਾਂ ਨਾਲ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਨਹੀਂ ਵਰਤਣ ਵਾਸਤੇ ਕਿਹਾ ਹੋਇਆ ਵੀ ਵਰਤਣਾ ਨਹੀਂ, ਉਹਨਾਂ ਦਾ ਸਾਨੂੰ ਪਤਾ ਹੈ। ਉਹ ਸਾਨੂੰ ਰਹਿਤ ਮਰਜ਼ਾਦਾ ਵਿੱਚ ਵੀ ਦੱਸ ਦਿੱਤਾ ਜਾਂਦਾ ਕਿ ਗੁਰੂ ਖਾਲਸੇ ਨੇ ਇਹਨਾਂ ਨਾਲ ਨਹੀਂ ਵਰਤਣਾ। ਕਿਹਦਾ ਸੰਗ ਕਰਨਾ, ਕਿਹਦੀ ਸੰਗਤ ਕਰਨੀ, ਇਹ ਆਪ ਜੀ ਨੂੰ ਰਹਿਤ ਮਰਜ਼ਾਦਾ ਦ੍ਰਿੜ ਕਰਵਾਈ ਹੋਈ ਹੈ। ਗੁਰੂ ਸਪੁੱਤਰ ਨੇ ਫਿਰ ਸਿੱਧ ਪੁਰਸ਼ ਨੇ, ਜੇ ਚੌਥੇ ਪਾਤਸ਼ਾਹ ਮਹਾਰਾਜ ਬਾਬਾ ਸ਼੍ਰੀ ਚੰਦ ਦਾ ਸਤਿਕਾਰ ਕਰਦੇ ਨੇ ਤੇ ਅਸੀਂ ਕੌਣ ਹੁੰਦੇ ਹਾਂ। ਪੰਚਮ ਪਾਤਸ਼ਾਹ ਮਹਾਰਾਜ ਜੇ ਸਤਿਕਾਰ ਕਰਦੇ ਨੇ, ਛੇਵੇਂ ਪਾਤਸ਼ਾਹ ਜੀ ਸਤਿਗੁਰੂ ਸਤਿਕਾਰ ਕਰਦੇ ਨੇ। ਮਹਾਰਾਜ ਮਿਲ ਕੇ ਆਉਂਦੇ ਰਹੇ। ਬਾਬਾ ਸ਼੍ਰੀ ਚੰਦ ਵੀ ਸਤਿਗੁਰਾਂ ਨੂੰ ਮਿਲਣ ਆਉਂਦੇ ਰਹੇ ਨੇ ਰਮਦਾਸ ਨਗਰ ਤੋਂ, ਜਿੱਥੇ ਜਿੱਥੇ ਵੀ ਉਹ ਰਹਿੰਦੇ ਸਨ। ਅਤੇ ਇਹ ਸਤਿਗੁਰੂ ਸਾਹਿਬ ਮਹਾਰਾਜ ਦੇ ਸਾਹਿਬਜ਼ਾਦੇ ਨੇ। ਇਸ ਕਰਕੇ ਅਸੀਂ ਕੋਈ ਕਿੰਤੂ ਪ੍ਰੰਤੂ ਨਹੀਂ ਕਰਨਾ ਕਿ ਇਸ ਤਰ੍ਹਾਂ ਅਸੀਂ ਆਹ ਹੋ ਗਿਆ। ਬਚਨ ਹੈ ਸਤਿਗੁਰੂ ਸਾਹਿਬ ਦਾ, ਨਹੀਂ ਮੰਨਿਆ ਗਿਆ, ਪਰ ਅਸੀਂ ਉਹਨਾਂ ਨੂੰ ਇਹ ਨਹੀਂ ਕਿ ਬਹੁਤ ਜ਼ਿਆਦਾ ਨਰਾਦਰੀ ਤਿਰਸਕਾਰ ਦਈਏ। ਅਸੀਂ ਵੀ ਇਸ ਕਰਕੇ ਪਾਪ ਦੇ ਭਾਗੀ ਬਣਦੇ ਹਾਂ। ਕਈ ਵਾਰੀ ਬਚਨ ਤਾਂ ਸਾਡੇ ਕੋਲ ਨਹੀਂ ਮੰਨਿਆ ਜਾਂਦਾ। ਗੁਰੂ ਸਾਹਿਬ ਤਾਂ ਕਹਿੰਦੇ ਕਿ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਅਸੀਂ ਗੁਰੂ ਸਾਹਿਬ ਨੂੰ ਕਿੱਥੇ ਗੁਰੂ ਮੰਨਦੇ ਹਾਂ। ਮਹਾਰਾਜ ਕਹਿੰਦੇ ਅੰਮ੍ਰਿਤ ਛਕ ਲੈ, ਅਸੀਂ ਕਿੱਥੇ ਅੰਮ੍ਰਿਤ ਛਕਿਆ। ਅੰਮ੍ਰਿਤ ਛਕ ਵੀ ਲਈਏ ਫਿਰ ਵੀ ਅਸੀਂ ਕਿਹੜੇ ਪੂਰੇ ਬਣ ਜਾਂਦੇ ਰਹਿਤ ਮਰਜ਼ਾਦਾ ਦੇ ਵਿੱਚ। ਸੋ ਸਤਿਗੁਰੂ ਸਾਹਿਬ ਜੀ ਨੇ ਸੇਵਾ ਕੀਤੀ ਹੈ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ। ਅਤੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਆਪਣਾ ਹੀ ਅੰਗ ਬਣਾ ਲੈਣਾ ਕੀਤਾ, ਆਪਣਾ ਹੀ ਸਰੂਪ ਬਣਾ ਲੈਣਾ ਕੀਤਾ। ਅਤੇ ਫਿਰ ਸਤਿਗੁਰੂ ਨੇ ਬਾਣੀ ਉਚਾਰਨ ਕੀਤੀ ਹੈ,
ਬਖਸ਼ਿਸ਼ ਕਰ ਰਹੇ ਨੇ। ਸ਼ਲੋਕ ਮਹੱਲਾ ਦੂਜਾ। ਸਤਿਗੁਰੂ ਦਾ ਪਾਵਨ ਸ਼ਲੋਕ ਹੈ। ਜਿਨੀ ਚੱਲਣ ਜਾਣਿਆ ਸੇ ਕਿਉਂ ਕਰਹਿ ਵਿਥਾਰ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸੰਸਾਰ ਤੋਂ ਇਹ ਜਾਣ ਲੈਣਾ ਕੀਤਾ ਹੈ ਕਿ ਇਸ ਦੁਨੀਆ ਤੋਂ ਅਸੀਂ ਤੁਰ ਜਾਣਾ ਹੈ। ਇਹ ਦੁਨੀਆ ਇੱਕ ਚੱਲਦੀ ਸਰਾਂ ਵਰਗੀ ਹੈ ਸਾਧ ਸੰਗਤ। ਜਿੱਦਾਂ ਮੁਸਾਫਰ ਆਉਂਦੇ ਨੇ ਨਾ ਸਰਾਂ ਦੇ ਵਿੱਚ ਰਹਿਣ ਵਾਸਤੇ, ਆ ਗੁਰੂ ਘਰ ਹੈ, ਗੰਗਸਰ ਸਾਹਿਬ ਹੈ, ਜਿੱਦਾਂ ਉੱਥੇ ਰਾਤ ਵੀ ਮੁਸਾਫਰ ਆਏ ਸਨ ਅਤੇ ਉਹਨਾਂ ਨੇ ਰਾਤ ਰਹਿ ਕਰਕੇ ਪ੍ਰੇਮੀਆਂ ਨੇ ਚਲੇ ਜਾਣਾ ਹੈ। ਅਤੇ ਜਿਸ ਬੰਦੇ ਨੇ ਇਹ ਹਿਸਾਬ ਲਾ ਲਿਆ ਕਿ ਦੁਨੀਆ ਜਿਹੜੀ ਹੈ ਇਹ ਆਵਣ ਜਾਣੀ ਦਾ ਹੀ ਖੇਲ ਹੈ, ਹੋਰ ਕੁਛ ਨਹੀਂ ਹੈ, ਜਿਹਨੇ ਇਹ ਪਤਾ ਲਾ ਲਿਆ ਕਿ ਇਹ ਸਿਰਫ ਇੱਕ ਚੱਲਦਾ ਪ੍ਰਵਾਹ ਹੈ, ਜਿੱਦਾਂ ਨਦੀ ਦਾ ਪ੍ਰਵਾਹ ਚੱਲਦਾ ਰਹਿੰਦਾ ਨਾ, ਜਦੋਂ ਤੁਸੀਂ ਕੰਢੇ 'ਤੇ ਖੜ੍ਹੇ ਹੋਵੋ, ਜਿਹੜਾ ਪਾਣੀ ਤੁਹਾਡੀਆਂ ਅੱਖਾਂ ਸਾਹਮਣੇ ਹੈ ਨਾ ਉਹ ਅੱਗੇ ਚਲਾ ਜਾਏਗਾ, ਫਿਰ ਉਹ ਨਹੀਂ ਆਉਣਾ। ਅਤੇ ਸੰਸਾਰ ਦਾ ਸੰਬੰਧ ਕੇਵਲ ਇੰਨਾ ਕੀ ਹੈ, ਗੁਰੂ ਸਾਹਿਬ ਵੀ ਸਮਝਾਉਂਦੇ। ਮਹਾਰਾਜ ਕਹਿੰਦੇ ਜਿਵੇਂ ਪਾਣੀ ਦੇ ਵਿੱਚ, ਨਦੀ ਦੇ ਪ੍ਰਵਾਹ ਦੇ ਵਿੱਚ ਕੱਖ ਇਕੱਠੇ ਹੋ ਜਾਂਦੇ ਨਾ, ਤੀਲੇ ਆਪਣੇ ਆਪ ਹੀ ਪਾਣੀ ਦੇ ਵਿੱਚ, ਇਵੇਂ ਸੰਸਾਰ ਦੇ ਜੀਆਂ ਦਾ ਸੰਬੰਧ ਹੈ ਲੋਕਾਂ ਦਾ। ਪਰਾਲਬਧ ਕਰਕੇ ਇਹ ਪਰਿਵਾਰ, ਸਾਡੇ ਭੈਣ ਭਰਾ, ਰਿਸ਼ਤੇਦਾਰ ਇਕੱਠੇ ਹੋਏ ਹਨ, ਇਹ ਸੰਬੰਧ ਜੁੜੇ ਹੋਏ ਨੇ। ਅਤੇ ਜਦੋਂ ਪ੍ਰਭੂ ਦੇ ਵੱਲੋਂ ਹੁਕਮ ਆ ਜਾਂਦਾ, ਫਿਰ ਜਿਵੇਂ ਤੀਲੇ ਅੱਡ ਅੱਡ ਹੋ ਜਾਂਦੇ ਕੱਖ ਨਦੀ ਦੇ ਪ੍ਰਵਾਹ ਦੇ ਵਿੱਚ, ਇਵੇਂ ਪਰਿਵਾਰਾਂ ਦੇ ਵਿਛੋੜੇ ਪਈ ਜਾਂਦੇ ਹਨ, ਤੁਰੇ ਜਾਂਦੇ ਹਨ। ਅਤੇ ਹੈ ਇਹ ਨਦੀ ਦਾ ਪ੍ਰਵਾਹ ਹੀ ਹੈ ਸਾਰਾ ਸੰਸਾਰ। ਜਿਸ ਕਿਸੇ ਗੁਰਸਿੱਖ ਨੇ, ਪ੍ਰਭੂ ਪਿਆਰੇ ਨੇ ਇਹ ਜਾਣ ਲਿਆ ਕਿ ਦੁਨੀਆ ਤਾਂ ਜਿਹੜਾ ਇਹ ਆਉਣ ਜਾਣ ਦਾ ਖੇਲ ਹੈ, ਇਹ ਸਦਾ ਸਥਿਰ ਰਹਿਣ ਵਾਲੀ ਨਹੀਂ ਹੈ। ਸਾਨੂੰ ਇੱਥੋਂ ਜਾਣਾ ਹੀ ਪਏਗਾ ਆਪਣੀ ਉਮਰ ਭੋਗ ਕਰਕੇ। ਜਿਹਨੂੰ ਇਹ ਸਾਧ ਸੰਗਤ ਵਿਰਤੀ ਪੈਦਾ ਹੋ ਗਈ, ਐਸੀ ਮੱਤ ਆ ਗਈ, ਜਿਹਨੂੰ ਇਹ ਵਿਰਾਗ ਪੈਦਾ ਹੋ ਗਿਆ ਹੈ, ਉਹ ਫਿਰ ਮਹਾਰਾਜ ਕਹਿੰਦੇ ਸੇ ਕਿਉਂ ਕਰਹਿ ਵਿਥਾਰ। ਉਹ ਫਿਰ ਵਿਸਥਾਰ ਨਹੀਂ ਕਰਦੇ, ਚੀਜ਼ਾਂ ਨਹੀਂ ਜੋੜਦੇ। ਸਾਡਾ ਕੀ ਸੁਭਾਅ ਹੈ, ਜਿਹੜਾ ਮੈਂ ਸ਼ਬਦ ਕਹਿ ਕੇ ਹਟਿਆ ਉਹ ਇਹੋ ਹੀ ਦਰਸਾ ਰਿਹਾ ਹੈ। ਸਾਡਾ ਵਿਸਥਾਰ ਹੈ ਪਰਿਵਾਰ ਦਾ ਵਿਸਥਾਰ ਕਰਨਾ, ਪਰਿਵਾਰ ਨੂੰ ਵਧਾਉਣਾ, ਬੱਚਿਆਂ ਨਾਲ ਮੋਹ ਕਰੀ ਜਾਣਾ, ਮਾਤਾ ਪਿਤਾ ਨਾਲ ਮੋਹ ਕਰਨਾ, ਫਰਜ਼ ਨਿਭਾਉਣੇ। ਮਹਾਰਾਜ ਕਹਿੰਦੇ ਫਰਜ਼ਾਂ ਨੂੰ ਨਿਭਾ, ਆਪਣੇ ਮਾਤਾ ਪਿਤਾ ਦੀ ਸੇਵਾ ਕਰਿਆ ਕਰ, ਉਹਨਾਂ ਤੈਨੂੰ ਜਨਮ ਦਿੱਤਾ ਹੈ। ਬੱਚਿਆਂ ਨੂੰ ਪਾਲਣਾ ਪੋਸ਼ਣਾ ਕਰ, ਉਹਨਾਂ ਨੂੰ ਚੰਗੀ ਵਿਦਿਆ ਦੇ, ਚੰਗੇ ਸੰਸਕਾਰ ਦੇ, ਇਹ ਤੇਰਾ ਫਰਜ਼ ਬਣਦਾ ਹੈ। ਜੇਕਰ ਤੂੰ ਮੋਹ ਦੇ ਵਿੱਚ ਪੈ ਕਰਕੇ, ਬੱਚਿਆਂ ਦੇ ਮੋਹ ਕਰਕੇ ਧਰਮ ਵਾਲੇ ਪਾਸੇ ਨਹੀਂ ਪੈਂਦਾ, ਫਿਰ ਗੱਲ ਗਲਤ ਹੈ। ਫਿਰ ਅਸੀਂ ਵਿਸਥਾਰ ਕਰਦੇ ਹਾਂ ਆਪਣੇ ਧਨ ਦਾ, ਮਾਇਆ ਬਹੁਤ ਇਕੱਠੀ ਹੋ ਜਾਏ। ਅੱਛਾ, ਸਾਰੀ ਉਮਰ ਪੈਸੇ ਹੀ ਜੋੜੀ ਜਾਂਦੇ, ਇਹ ਨਹੀਂ ਪਤਾ ਵੀ ਇਹ ਵਰਤਣ ਵਾਸਤੇ ਰੱਬ ਨੇ ਦਿੱਤੇ, ਇਹਨਾਂ ਨੂੰ ਵਰਤਣਾ ਕਿ ਸਰੀਰ ਦਾ ਕੋਈ ਸੁੱਖ ਸਹੂਲਤ ਅਸੀਂ ਲੈ ਸਕੀਏ। ਮਾਇਆ ਕਹਿੰਦੇ ਉਨੀ ਇਕੱਠੀ ਕਰੋ ਜਿਹੜੀ ਤੁਹਾਨੂੰ ਸਹੂਲਤ ਦੇ ਸਕੇ, ਸੁੱਖ ਦੇ ਸਕੇ। ਪਰ ਅਸੀਂ ਇੰਨੀ ਜ਼ਿਆਦਾ ਜੋੜ ਲਈ ਕਿ ਮਾਇਆ ਹੀ ਦੁੱਖ ਦਾ ਕਾਰਨ ਬਣ ਜਾਂਦੀ ਇੱਕ ਦਿਨ। ਫਿਰ ਇੰਨੀ ਇਕੱਠੀ ਕਰਦੇ ਕਿ ਆਪਣੇ ਧੀਆਂ ਪੁੱਤਰਾਂ ਤੋਂ ਵੀ ਲੁਕੋ ਕੇ ਰੱਖ ਲੈਂਦੇ, ਇੱਕ ਵੱਖਰਾ ਹੀ ਖਾਤਾ ਬਣਾ ਲੈਂਦੇ, ਉਹਦੇ 'ਚ ਪਾ ਲੈਂਦੇ ਵੀ ਕਿਸੇ ਨੂੰ ਪਤਾ ਨਾ ਲੱਗੇ। ਪੁਰਾਣੇ ਸਮੇਂ ਧਰਤੀ 'ਚ ਲੁਕੋ ਲੈਂਦੇ ਸੀ ਬਿਨਾਂ ਦੱਸਣ ਤੋਂ। ਅਤੇ ਕੈਸਾ ਸਮਾਂ ਆਇਆ, ਮੌਤ ਹੋ ਗਈ, ਮਰ ਚੁੱਕਾ ਹੈ। ਅਤੇ ਪੁਰਾਣੇ ਸਮੇਂ ਤੁਸੀਂ ਆਮ ਹੀ ਬਜ਼ੁਰਗ ਸੁਣਦੇ ਸੀ ਕਿ ਪੁਰਾਣੇ ਘਰ ਦੀ ਨੀਂਹ ਪੁੱਟੀ ਅਤੇ ਉੱਥੋਂ ਪੈਸੇ ਲੱਭ ਗਏ, ਇੱਦਾਂ ਹੁੰਦਾ ਰਹਿੰਦਾ ਸੀ। ਅਤੇ ਕਬੀਰ ਸਾਹਿਬ ਕਹਿੰਦੇ ਜਿਨ੍ਹਾਂ ਨੇ ਵਿਸਥਾਰ ਕੀਤਾ ਨਾ ਮਾਇਆ ਦਾ, ਸਾਰੀ ਉਮਰ ਵਿਸਥਾਰ ਕਰਦੇ ਰਹੇ, ਜੋੜਦੇ ਰਹੇ, ਮਾਇਆ ਵਾਸਤੇ ਹੀ ਮਰਦੇ ਰਹੇ। ਜਦੋਂ ਆਪ ਉਹ ਮਰ ਗਏ ਅਤੇ ਮਾਇਆ ਉਹਨਾਂ ਵਾਸਤੇ ਨਹੀਂ ਰੋਂਦੀ। ਫਿਰ ਖਸਮ ਮਰੈ ਤੋਂ ਨਾਰ ਨਾ ਰੋਵੇ, ਉਸ ਰਖਵਾਰਾ ਔਰੋ ਹੋਵੇ। ਕਿੱਡਾ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। ਮਹਾਰਾਜ ਕਹਿੰਦੇ ਜਦੋਂ ਇਹ ਖਸਮ ਮਾਲਕ ਪੈਸੇ ਦਾ, ਜ਼ਮੀਨ ਦਾ, ਜਾਇਦਾਦ ਦਾ ਮਰ ਜਾਂਦਾ ਹੈ, ਜਿਹੜੀ ਨਾਰ ਭਾਵ ਕੇ ਮਾਇਆ, ਉਹ ਇਹਦੇ ਵਾਸਤੇ ਨਹੀਂ ਰੋਂਦੀ, ਕਿਉਂਕਿ ਉਹਦਾ ਰਖਵਾਲਾ ਉਦਣ ਹੀ ਕੋਈ ਬਣ ਜਾਂਦਾ ਹੈ, ਧੀਆਂ ਪੁੱਤਰ ਬਣ ਜਾਂਦੇ ਹਨ। ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿੰਦੇ ਫਿਰ ਵਿਸਥਾਰ ਕਾਹਦਾ ਕਰਦਾ ਹੈ ਤੂੰ ਭਾਈ।
ਜਾਂ ਤਾਂ ਜ਼ਮੀਨ ਹੀ ਵਧਾਈ ਜਾਂਦਾ। ਕਹਿੰਦਾ 20 ਕਿੱਲੇ ਹੈ, ਇਹਨਾਂ ਨੂੰ ਮੈਂ 25 ਕਰਕੇ ਛੱਡਣਾ, 5 ਹੋਰ ਲੈਣੇ ਨੇ। ਭਾਵੇਂ ਸਾਰੀ ਜ਼ਿੰਦਗੀ ਉਹਨਾਂ 5 ਦੇ ਪਿੱਛੇ ਹੀ ਲੰਘ ਜਾਵੇ ਕਿ ਜ਼ਿੰਦਗੀ ਦਾ ਆਨੰਦ, ਜ਼ਿੰਦਗੀ ਨੂੰ ਅਸੀਂ ਸਾਧ ਸੰਗਤ ਹੰਡਾਉਂਦੇ ਪਏ ਹਾਂ, ਭੋਗਦੇ ਪਏ ਹਾਂ, ਪਰ ਜ਼ਿੰਦਗੀ ਨੂੰ ਮਾਣਦੇ ਨਹੀਂ ਪਏ। ਜੀਵਨ ਨੂੰ ਮਾਣਨ ਦਾ ਸਾਨੂੰ ਤਰੀਕਾ ਅਜੇ ਤੱਕ ਨਹੀਂ ਆਇਆ ਵੀ ਮੰਨਣਾ ਕਿਵੇਂ ਹੈ ਇਸ ਨੂੰ। ਸਤਿਗੁਰੂ ਸਾਹਿਬ ਦੀ ਬਾਣੀ ਇਹੋ ਸਮਝਾਉਂਦੀ ਕਿ ਜ਼ਿੰਦਗੀ ਨੂੰ, ਆਪਣੇ ਜੀਵਨ ਨੂੰ ਮਾਣਨ ਦਾ ਤਰੀਕਾ ਸਿੱਖ। ਕੇਵਲ ਹੰਡਾਉਂਦੇ ਹਾਂ, ਪਦਾਰਥ ਹੀ ਭੋਗੀ ਜਾਂਦੇ ਹਾਂ। ਆਹ ਚੀਜ਼ ਖਾ ਲਈਏ, ਆ ਜਾਏ, ਆਹ ਸੁੱਖ ਰਹਿ ਗਿਆ, ਆਹ ਚੀਜ਼ਾਂ ਦੀ ਕਮੀ ਹੈ। ਜ਼ਿੰਦਗੀ, ਸਰੀਰ ਜਿਹੜਾ ਹੈ ਨਾ, ਸਾਡਾ ਸਰੀਰ, ਦੇਹ ਕਾਇਆ, ਸੁੱਖ ਇਹਨੂੰ ਚਲਾਉਣ ਵਾਸਤੇ ਨੇ ਕਿ ਇਹ ਚੱਲਦਾ ਰਵੇ, ਰੋਟੀ ਪਾਣੀ ਤਾਂ ਇਹ ਚੱਲਦਾ ਰਵੇ। ਪਰ ਅਸੀਂ ਕੀ ਕੀਤਾ ਕਿ ਸਰੀਰ ਜਿਹੜਾ ਸੀ ਉਹ ਸਾਰਾ ਕੁਝ ਅਸੀਂ ਸੰਸਾਰ ਦੇ ਇਹਨਾਂ ਪਦਾਰਥਾਂ ਵਾਸਤੇ, ਖਾਣ ਪੀਣ ਵਾਸਤੇ, ਪਦਾਰਥਾਂ ਵਾਸਤੇ ਹੀ ਬਣਾ ਦਿੱਤਾ ਹੈ। ਪਦਾਰਥ ਸਰੀਰ ਵਾਸਤੇ ਬਣੇ ਨੇ, ਪਰ ਅਸੀਂ ਉਲਟਾ ਕੰਮ ਕਰ ਦਿੱਤਾ ਵੀ ਸਰੀਰ ਪਦਾਰਥਾਂ ਵਾਸਤੇ ਹੀ ਬਣਾ ਦਿੱਤਾ। ਜੋੜੀ ਜਾਓ, ਇਕੱਠਾ ਕਰੀ ਜਾਓ। ਮਾਫ ਕਰਨਾ, ਸਾਡੇ ਨਾਲੋਂ ਤੇ ਅੱਜ ਕੱਲ੍ਹ ਗੋਰੇ ਚੰਗੇ ਹੋ ਗਏ ਨੇ। ਵਿਦੇਸ਼ ਦੀ ਧਰਤੀ 'ਤੇ ਜਾਓ, ਤੁਸੀਂ ਦੇਖੋਗੇ ਆਮ ਹੀ ਉਹ ਗੋਰੇ ਲੋਕ ਪੈਸਾ ਇਕੱਠਾ ਨਹੀਂ ਬਹੁਤਾ ਕਰਦੇ। ਜੋਬ ਲੱਗ ਗਈ, ਜਦੋਂ ਰਿਟਾਇਰ ਹੋ ਗਏ ਤੇ ਫਿਰ ਉਹ ਛੁੱਟੀਆਂ ਮਨਾਉਣ ਲੱਗ ਪੈਂਦੇ ਨੇ, ਘੁੰਮਣ ਫਿਰਨ ਲੱਗ ਪੈਂਦੇ ਨੇ। ਉਹ ਤਰੀਕਾ ਇੱਕ ਗਲਤ ਹੈ ਕਿ ਘੁੰਮਣ ਫਿਰਨ ਤੱਕ ਹੀ ਸੀਮਤ ਹਨ। ਪਰ ਅਸੀਂ ਮਾਇਆ ਕਮਾਈਏ, ਫਿਰ ਪਰਮਾਤਮਾ ਨਾਲ ਵੀ ਜੁੜੇ ਰਹੀਏ ਨਾਲ ਦੀ ਨਾਲ, ਦੋਵੇਂ ਚੀਜ਼ਾਂ ਹੀ ਚੱਲਦੀਆਂ ਰਹਿਣ। ਅਤੇ ਸਾਡਾ ਸੁਭਾਅ ਹੀ ਇੱਕ ਐਸਾ ਜਿਹਾ ਬਣ ਗਿਆ, ਅਸੀਂ ਵਿਸਥਾਰ ਹੀ ਕਰੀ ਜਾਂਦੇ, ਜੋੜੀ ਜਾਂਦੇ ਹਾਂ। ਆਪਣਾ ਸਾਰੀ ਉਮਰ ਫਿਕਰ ਕੀਤਾ, ਫਿਰ ਬੱਚਿਆਂ ਦਾ ਵੀ ਕਰੀ ਜਾਂਦਾ, ਇਹਨਾਂ ਦਾ ਕੀ ਬਣੇਗਾ, ਇਹ ਕਿੱਥੋਂ ਖਾਣਗੇ। ਮਹਾਰਾਜ ਕਹਿੰਦੇ, ਸਤਿਗੁਰੂ ਸਾਹਿਬ ਦਾ ਹੀ ਇਹ ਪਾਵਨ ਸ਼ਬਦ ਹੈ। ਮਹਾਰਾਜ ਕਹਿੰਦੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਚਿੰਤਾ ਰੱਬ ਨੂੰ ਹੈ, ਤੂੰ ਬਹੁਤੀ ਚਿੰਤਾ ਨਾ ਕਰਿਆ ਕਰ। ਆਪਣੇ ਆਪ ਦੀ ਚਿੰਤਾ ਕਰਕੇ ਮੈਂ ਕੀ ਕੀਤਾ ਹੈ, ਕਿੰਨਾ ਕੁ ਨਾਮ ਜਪਿਆ ਹੈ, ਇਹ ਵਿਚਾਰ ਕਰਿਆ ਕਰ। ਫਿਰ ਧਨ ਦਾ ਹੀ ਬਹੁਤ ਵਿਸਥਾਰ ਕੀਤਾ, ਜ਼ਮੀਨ ਜਾਇਦਾਦ ਹੀ ਬਣਾਈ ਗਿਆ ਸਾਰੀ ਉਮਰ। ਅਤੇ ਜਦੋਂ ਐਸਾ ਸਮਾਂ ਆਇਆ ਕਿ ਮੌਤ ਆ ਜਾਂਦੀ ਹੈ, ਕਾਲ ਆ ਜਾਂਦਾ, ਅਤੇ ਫਿਰ ਪਛਤਾਵਾ ਹੀ ਰਹਿ ਜਾਂਦਾ। ਫਿਰ ਕੁਛ ਨਹੀਂ ਕੋਲ ਰਹਿੰਦਾ। ਫਿਰ ਦੇਖਦਾ ਕਿ ਇਹ ਕੀ ਹੋ ਗਿਆ, ਮੈਂ ਤਾਂ ਨਾਮ ਜਪਣਾ ਸੀ, ਰੱਬ ਵਾਲੇ ਪਾਸੇ ਜੁੜਨਾ ਸੀ। ਮਹਾਰਾਜ ਕਹਿੰਦੇ, ਬਸ ਜਿੰਨਾ ਸਮਾਂ ਦਿੱਤਾ ਸੀ ਉਹ ਪੂਰਾ ਹੋ ਗਿਆ। ਹੁਣ ਤਾਂ ਇੱਦਾਂ ਦੀ ਹਾਲਤ ਹੋ ਜਾਂਦੀ ਹੈ ਨਾ। ਭਗਤ ਸਾਹਿਬ ਕਹਿੰਦੇ ਨੇ, ਨੈਣੋ ਨੈਰ ਨੀਰ ਵਹਿ ਤਨ ਖੀਨਾ ਭਏ ਕੇਸ ਦੁੱਧਵਾਨੀ। ਅੱਖਾਂ ਦੇ ਵਿੱਚੋਂ ਪਾਣੀ ਚੱਲਣ ਲੱਗ ਪਿਆ, ਤਨ ਵੀ ਬਜ਼ੁਰਗ ਹੋ ਗਿਆ, ਖੀਨ ਹੋ ਗਿਆ ਹੈ। ਸਮਰੱਥਾ ਹੀ ਨਹੀਂ ਰਹਿ ਗਈ ਬੈਠਣ ਦੀ, ਨਾਮ ਜਪਣ ਦੀ, ਇਸ਼ਨਾਨ ਕਰਨ ਦੀ, ਸੇਵਾ ਕਰਨ ਦੀ। ਅਤੇ ਕੇਸ ਵੀ ਚਿੱਟੇ ਦੁੱਧ ਵਰਗੇ ਹੋ ਗਏ। ਰੂਦਾ ਕੰਠ ਸ਼ਬਦ ਨਹੀਂ ਉਚਰੇ, ਅਬ ਕਿਆ ਕਰੇ ਪ੍ਰਾਨੀ। ਸ਼ਬਦ ਵੀ, ਕੰਠ ਵੀ, ਗਲਾ ਵੀ ਥੱਕ ਚੁੱਕਾ ਹੈ। ਇਹ ਸ਼ਬਦ ਪੈਦਾ ਹੀ ਨਹੀਂ ਕਰ ਸਕਦਾ, ਆਵਾਜ਼ ਪੈਦਾ ਹੀ ਨਹੀਂ ਹੁੰਦੀ ਹੁਣ ਸਹੀ। ਹੁਣ ਕਹਿੰਦੇ, ਅਬ ਕਿਆ ਕਰੇ ਪ੍ਰਾਣੀ, ਹੁਣ ਕੀ ਕਰੇਗਾ। ਸਾਰੀ ਉਮਰ ਵਿਸਥਾਰ ਕੀਤਾ ਮਾਇਆ ਦਾ, ਪਰਿਵਾਰ ਦਾ, ਰਿਸ਼ਤਿਆਂ ਦਾ, ਜ਼ਮੀਨ ਜਾਇਦਾਦ ਦਾ, ਕਿਸੇ ਕੰਮ ਨਹੀਂ ਆਇਆ। ਮਹਾਰਾਜ ਕਹਿੰਦੇ, ਜਿਨ੍ਹਾਂ ਨੇ ਚੱਲਣ ਜਾਣ ਲਿਆ ਨਾ ਦੁਨੀਆ ਤੋਂ ਵੀ ਜਾਣਾ ਹੈ, ਇੱਥੇ ਸਦਾ ਚਿਰ ਨਹੀਂ ਬੈਠ ਰਹਿਣਾ, ਉਹ ਵਿਸਥਾਰ ਨਹੀਂ ਕਰਦੇ। ਉਹ ਓਨਾ ਕੀ ਕਮਾਉਂਦੇ ਨੇ। ਜੇ ਰੱਬ ਦੀ ਬਖਸ਼ਿਸ਼ ਹੋਵੇ, ਬਹੁਤ ਜ਼ਿਆਦਾ ਕਮਾਈ ਹੋਵੇ, ਕਾਰੋਬਾਰ ਚੰਗਾ ਹੋਵੇ, ਤਾਂ ਵੀ ਇੰਨਾ ਉਹ ਮੋਹ ਨਹੀਂ ਕਰਦੇ। ਤਾਂ ਵੀ ਕਹਿੰਦੇ ਰੱਬ ਦਾ ਦਿੱਤਾ ਹੈ, ਪਰਮਾਤਮਾ ਹੀ ਜਾਣਦਾ ਸੀ, ਅਤੇ ਕੇਵਲ ਇੱਥੇ ਸੇਵਾਦਾਰ ਬਣ ਕੇ ਹੀ ਆਏ ਹਾਂ। ਜੇ ਐਸੀ ਭਾਵਨਾ ਹੋਵੇਗੀ ਫਿਰ ਨਹੀਂ ਵਿਸਥਾਰ ਹੁੰਦਾ। ਮਹਾਰਾਜ ਕਹਿੰਦੇ, ਚੱਲਣ ਸਾਰ ਨਾ ਜਾਣਈ, ਕਾਜ ਸਵਾਰਨ ਹਾਰ। ਜਿਹੜੇ ਤੇ ਰੱਬ ਦੇ ਪਿਆਰਿਆਂ ਦੇ ਮਨ ਵਿੱਚ ਵੈਰਾਗ ਆ ਗਿਆ ਕਿ ਦੁਨੀਆ ਤੋਂ ਚਲੇ ਜਾਣਾ, ਉਹ ਵਿਸਥਾਰ ਨਹੀਂ ਕਰਦੇ। ਅਤੇ ਜਿਹੜੇ ਇਹ ਕਹਿੰਦੇ ਨੇ ਕਿ ਅਸੀਂ ਜਾਣਾ ਹੀ ਨਹੀਂ ਆ, ਇੱਥੇ ਹੀ ਰਹਿਣਾ ਹੈ, ਸਦਾ ਚਿਰ ਬੈਠੇ ਰਹਿਣਾ ਹੈ, ਉਹ ਕਾਜ ਹੀ ਸਵਾਰੀ ਜਾਂਦੇ ਨੇ। ਉਹ ਕੰਮ ਹੀ ਆਪਣੇ ਹੋਰ ਦੀ ਹੋਰ ਬਣਾਈ ਜਾਂਦੇ ਨੇ। ਜੇ ਕਿਸੇ ਨੂੰ ਕਹੋ ਵੀ ਅੰਮ੍ਰਿਤ ਛਕ ਲੈ,
ਬੱਚੇ ਨੂੰ ਅੰਮ੍ਰਿਤ ਛਕਾ ਲਓ, ਮਾਤਾ ਨੂੰ ਕਹੋ, ਕਿਸੇ ਭਰਾ ਨੂੰ ਕਹੋ, ਕਹਿੰਦਾ ਹੈ ਮੇਰਾ ਬੱਚਾ ਜੇ ਛੋਟਾ ਹੈ, ਬਾਲਕ ਹੈ, ਇਹਦੀ ਖਾਣ ਪੀਣ ਦੀ ਉਮਰ ਹੈ। ਜੇ ਕਿਸੇ ਜਵਾਨ ਨੂੰ ਕਹਿ ਦਿਓ ਤੇ ਕਹਿੰਦਾ ਮੇਰੀ ਜਵਾਨੀ ਹੈ ਜੇ, ਮੈਂ ਅਜੇ ਪਦਾਰਥ ਭੋਗਣੇ ਹਨ। ਇਹ ਕੋਈ ਉਮਰ ਹੈ ਬਾਬਾ? ਜੇ ਕਿਸੇ ਅਧਖੜ ਉਮਰ ਦੇ ਨੂੰ ਕਹੋ, ਜਿਹਦੇ ਬੱਚੇ 20 ਸਾਲ ਦੇ ਨੇ, 18 ਸਾਲ ਦੇ ਨੇ, ਉਹਨੂੰ ਕਹੋ, ਕਹਿੰਦਾ ਨਹੀਂ ਆਪਣੇ ਧੀਆਂ ਪੁੱਤਰਾਂ ਦੇ ਵਿਆਹ ਕਰਨੇ ਨੇ, ਕਾਜ ਸਵਾਰਨੇ ਇਹਨਾਂ ਦੇ ਮੈਂ, ਜੇ ਮੈਂ ਆਪਣੇ ਪੁੱਤ ਦੇ ਵਿਆਹ 'ਚ ਨਾ ਮਾਸ ਖਾਧਾ, ਸ਼ਰਾਬ ਪੀਤੀ, ਤੇ ਫਿਰ ਮੈਨੂੰ ਮੇਰੇ ਰਿਸ਼ਤੇਦਾਰ ਕੀ ਕਹਿਣਗੇ। ਇੱਦਾਂ ਦਾ ਹਿਸਾਬ ਮਨੁੱਖਾਂ ਦਾ ਬਣਿਆ ਹੋਇਆ ਹੈ। ਅਤੇ ਬਜ਼ੁਰਗ ਨੂੰ ਕਹੋ, ਉਹ ਹੋਰ ਹੀ ਲਾਰੇ ਲਾ ਛੱਡਦਾ, ਕੋਈ ਨਹੀਂ ਥੋੜ੍ਹਾ ਟਾਈਮ, ਫਿਰ ਇਹੋ ਜਿਹਾ ਸਮਾਂ ਆ ਜਾਂਦਾ, ਫਿਰ ਕੁਛ ਨਹੀਂ ਕਰ ਸਕਦਾ, ਕਿਉਂਕਿ ਕਾਜ ਹੀ ਸਵਾਰੀ ਜਾਂਦਾ, ਕੰਮਾਂ ਵਿੱਚ ਹੀ ਫਸਿਆ ਰਹਿੰਦਾ ਹੈ। ਆਹ ਕੰਮ ਕਰ ਲਾ, ਆਹ ਕਰ ਲਾ, ਧਰਮ ਨੂੰ ਪਿੱਛੇ ਰੱਖ ਦਿੱਤਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਆਪਣੇ ਜੀਵਨ ਨੂੰ, ਅਸੀਂ ਸਤਿਗੁਰੂ ਦੇ ਜੀਵਨ ਨੂੰ ਦੇਖ ਹੀ ਲਈਏ ਤੇ ਉਪਦੇਸ਼ ਮਿਲ ਜਾਂਦਾ ਕਿ ਗੁਰੂ ਸਾਹਿਬ ਨੇ ਕੇਵਲ 42 ਸਾਲ ਦੀ ਉਮਰ ਵਿੱਚ ਹੀ ਕਾਜ ਰਚਾ ਦਿੱਤੇ ਸਾਰੇ ਪੰਥ ਦੇ, ਤੇ ਕਹਿ ਦਿੱਤਾ ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਵੀ ਭਾਵ ਇਹ ਜਿਹੜੀ ਪਹਿਲੀ ਅਵਸਥਾ ਨਾ, ਇਹਦੇ ਵਿੱਚ ਨਾਮ ਜਪਣਾ ਸ਼ੁਰੂ ਕਰ, ਬਚਪਨ ਤੋਂ ਹੀ ਸ਼ੁਰੂ ਕਰ, ਜਵਾਨੀ ਵਿੱਚ ਵੀ ਜਪ, ਬੁਢੇਪੇ ਵਿੱਚ ਵੀ ਜਪ, ਤੇਰਾ ਬੁਢੇਪਾ ਵੀ ਸਫਲ ਹੋ ਜਾਏ। ਹਾਂ, ਜੇ ਹੁਣ ਸਮਾਂ ਮਿਲ ਗਿਆ ਹੈ ਕਿ ਪੁਰਾਣੇ ਸਮੇਂ ਵਿੱਚ ਨਹੀਂ ਸਮਾਂ ਬਣਿਆ ਜਾਂ ਅਸੀਂ ਧਿਆਨ ਨਹੀਂ ਦਿੱਤਾ, ਜੇ ਹੁਣ ਬਜ਼ੁਰਗ ਅਵਸਥਾ ਨਾ, ਕਬੀਰ ਸਾਹਿਬ ਕਹਿੰਦੇ ਫਿਰ ਕਾਲ ਤੋਂ ਪਹਿਲਾਂ ਪਹਿਲਾਂ ਹੀ ਇਸ ਪਾਸੇ ਲੱਗ ਜਾ। ਹੁਣ ਇਹ ਸਮਝ ਲਾ ਕਿ ਅੱਗੇ ਸਮਝ ਚੱਲੋ ਆਨੰਦ ਲਾਲਾ ਪਾਸ਼ੇ ਜੋ ਬੀਤੀ ਸੋ ਬੀਤੀ। ਹੁਣ ਅੱਗੇ ਹੀ ਆਪਣਾ ਸਮਾਂ ਸੁਧਾਰ ਲਾ, ਸਤਿਗੁਰੂ ਕਿਰਪਾ ਕਰਨਗੇ। ਜਿਨ੍ਹਾਂ ਨੇ ਇਹ ਸਾਰ ਨਹੀਂ ਜਾਣੀ, ਸਮਝ ਨਹੀਂ ਲੱਗੀ ਕਿ ਦੁਨੀਆ ਤੋਂ ਜਾਣਾ, ਉਹ ਕੰਮਾਂ ਵਿੱਚ ਹੀ ਫਸੇ ਹੋਏ ਨੇ, ਧਰਮ ਵਾਲੇ ਪਾਸੇ ਆ ਹੀ ਨਹੀਂ ਰਹੇ। ਸਤਿਗੁਰੂ ਸਾਹਿਬ ਮਹਾਰਾਜ ਫਰਮਾਉਂਦੇ ਨੇ, ਮਹੱਲਾ ਦੂਜਾ, ਰਾਤ ਕਾਰਨ ਧਨ ਸੰਚੀਐ, ਭਲਕੇ ਚੱਲਣ ਹੋਏ। ਸਾਧ ਸੰਗਤ, ਜੇਕਰ ਕੋਈ ਬੰਦਾ ਰਾਤ ਵਾਸਤੇ ਹੀ, ਕੇਵਲ ਰਾਤਰੀ ਵਾਸਤੇ ਹੀ ਧਨ ਇਕੱਠਾ ਕਰੇ ਤੇ ਰਾਤ ਤੇ ਸੁੱਤਿਆਂ ਹੀ ਲੰਘ ਜਾਣੀ ਹੈ, ਤੇ ਭਲਕੇ ਸਵੇਰ ਨੂੰ ਚੱਲਣ ਹੋ ਜਾਏਗਾ, ਦੁਨੀਆ ਤੋਂ ਜਾਣਾ ਪਏਗਾ। ਇਹ ਜਿਹੜੀ ਜ਼ਿੰਦਗੀ ਹੈ ਨਾ, ਇਹ ਇੱਕ ਰਾਤ ਦੀ ਤਰ੍ਹਾਂ ਹੀ ਹੈ। ਇਹ ਜੀਵਨ ਇੱਦਾਂ ਦੀ ਅਵਸਥਾ ਕਿ ਰਾਤਰੀ ਵਰਗਾ ਹੈ, ਜਿੱਦਾਂ ਰਾਤ ਗਾਫਲ ਹੋ ਕਰਕੇ ਸੁੱਤਿਆਂ ਪਿਆ ਹੀ ਲੰਘ ਜਾਂਦੀ ਹੈ ਬੰਦੇ ਦੀ, ਬਿਨਾਂ ਕਿ ਸੋਚਣ ਤੋਂ, ਕੁਝ ਵਿਚਾਰਨ ਤੋਂ, ਨਾਮ ਜਪਣ ਤੋਂ, ਭਗਤੀ ਕਰਨ ਤੋਂ, ਸੇਵਾ ਸਿਮਰਨ ਤੋਂ ਬਿਨਾਂ ਹੀ ਲੰਘ ਗਈ ਹੈ। ਰਾਤ ਸੁੱਤਿਆਂ ਲੰਘ ਜਾਂਦੀ ਹੈ। ਤੇ ਆਹ ਜੀਵਨ ਜਿਹੜਾ ਸਾਰੀ ਉਮਰ ਹੀ ਸਾਡਾ ਹੈ, ਇਹ ਵੀ ਇਸੇ ਤਰ੍ਹਾਂ ਹੀ ਜਿੱਦਾਂ ਰਾਤ ਸੁੱਤਿਆਂ ਲੰਘਦੀ ਉੱਦਾਂ ਹੀ ਲੰਘ ਜਾਂਦਾ ਹੈ। ਕਰਦੇ ਕੁਛ ਨਹੀਂ ਹੈ, ਚੰਗਾ ਕੰਮ ਕੋਈ ਨਹੀਂ ਕਰਨਾ। ਤਾਂ ਮਹਾਰਾਜ ਕਹਿੰਦੇ ਜਿਵੇਂ ਆਹ ਧਨ, ਆਹ ਸੰਸਾਰ ਦਾ ਕਮਾਉਣਾ, ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਰਾਤ ਵਾਸਤੇ ਧਨ ਇਕੱਠਾ ਕਰੀਏ ਤੇ ਰਾਤ ਨੂੰ ਤੁਸੀਂ ਕਿਹੜੇ ਸੁੱਤੇ ਪਏ ਕੁਝ ਭੋਗ ਸਕਦੇ ਹੋ, ਸੁਪਨੇ ਵਿੱਚ ਜਾਂ ਸੁੱਤਿਆਂ ਹੋਇਆ। ਉਦੋਂ ਮਾਇਆ ਦਾ ਕੋਈ ਫਾਇਦਾ ਨਹੀਂ ਹੈ। ਗਰੀਬ ਸੁੱਤਾ ਹੋਇਆ ਵੀ, ਅਮੀਰ ਸੁੱਤਾ ਹੋਇਆ ਵੀ ਇੱਕ ਬਰਾਬਰ ਹੀ ਹੈ। ਮਾਇਆ ਦਾ ਕੋਈ ਮਹਾਰਾਜ ਨੇ ਇੱਥੇ ਖਾਸ ਸੰਬੰਧ ਨਹੀਂ ਦੱਸਿਆ ਕਿ ਐਵੇਂ ਮਾਇਆ ਵਾਸਤੇ ਹੀ ਤੁਸੀਂ ਮਰਦੇ ਹੋ। ਇਹ ਤਾਂ ਇਸ ਤਰ੍ਹਾਂ ਜਿਵੇਂ ਰਾਤ ਨੂੰ ਸੁੱਤੇ ਪਿਆਂ ਲੰਘ ਜਾਣੀ ਤੇ ਸਵੇਰੇ ਤੁਰ ਜਾਣਾ ਹੈ। ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ। ਰਾਤ ਦਾ ਖੱਟਿਆ ਹੋਇਆ ਧਨ, ਰਾਤ ਵਾਸਤੇ ਕਮਾਇਆ ਹੋਇਆ ਧਨ ਨਾਲ ਨਹੀਂ ਜਾਣਾ। ਜੀਵਨ ਵਾਸਤੇ ਇੰਨੀ ਮਾਇਆ ਜੋੜੀ, ਇੰਨੀ ਜਗੀਰ ਜਾਇਦਾਦ ਬਣਾਈ ਹੈ, ਇਹ ਨਾਲ ਨਹੀਂ ਜਾਣੀ ਤੇਰੇ। ਫਿਰ ਕੀ ਹੋਏਗਾ? ਫਿਰ ਕੇਵਲ ਪਛਤਾਵਾ ਹੈ ਪੱਲੇ। ਝੋਰਾ ਲੱਗਾ ਰਹਿੰਦਾ, ਹਾਏ ਕਿਉਂ ਹੋਇਆ, ਇੰਨੀ ਪਿਆਰੀ ਮਾਇਆ ਸੀ, ਇੰਨਾ ਧਨ, ਇੰਨੀ ਜਗੀਰ ਜਾਇਦਾਦ, ਸਾਰਾ ਰੁੜ ਗਿਆ, ਕੋਈ ਫਾਇਦਾ ਨਹੀਂ ਲੱਭਾ, ਫਿਰ ਪਛਤਾਉਂਦਾ ਹੈ। ਸਾਧ ਸੰਗਤ, ਜੇ ਪ੍ਰਮਾਤਮਾ ਦਾ ਨਾਮ ਜਪਿਆ ਹੋਵੇ, ਵਾਹਿਗੁਰੂ ਦੀ ਬੰਦਗੀ ਕੀਤੀ ਹੋਵੇ ਨਾ, ਫਿਰ ਪਛਤਾਵਾ ਨਾ ਹੋਵੇ ਬੰਦੇ ਦੇ ਮਨ ਵਿੱਚ। ਕਿਉਂ? ਸੱਚਾ ਧਨ ਹੈ। ਆਹ ਗੁਰੂ ਸਾਹਿਬ ਦੀ ਸੰਗਤ ਤੁਸੀਂ ਕਰ ਰਹੇ ਹੋ, ਇਹ ਤੁਹਾਡਾ ਧਨ ਹੈ। ਇਹ ਲੇਖੇ ਵਿੱਚ ਪੈ ਗਿਆ ਹੈ। ਸੰਸਾਰ ਦਾ ਲੇਖਾ ਜੋ ਅਸੀਂ ਆਪਣਾ ਕਾਊਂਟ ਕਰਦੇ ਨਾ, ਮਾਇਆ ਆਦਿਕ ਦਾ, ਇਹ ਕਿਸੇ ਲੇਖੇ ਵਿੱਚ ਨਹੀਂ ਪੈਣਾ।
ਸਗੋਂ ਇਹ ਪਾਪਾਂ ਦੇ ਰੂਪ ਦੇ ਵਿੱਚ ਹੀ ਜਾਣਾ ਵੀ ਕਿੰਨਾ ਸਮਾਂ ਖਰਾਬ ਕੀਤਾ ਹੈ। ਤੇ ਜੇ ਚੰਗਾ ਕਰਮ ਕਰੇ, ਮਾਇਆ ਪਰਮੇਸ਼ਰ ਨੇ ਦਿੱਤੀ ਹੈ, ਇਹ ਸਮਝ ਲਵੇ ਕਿ ਪਰਮੇਸ਼ਰ ਦੀ ਦਿੱਤੀ ਹੋਈ ਹੈ ਤੇ ਲੋਕਾਂ ਦਾ ਮੈਂ ਭਲਾ ਕਰੀ ਜਾਵਾਂ ਨਾਲ ਦੀ ਨਾਲ। ਫਿਰ ਮਹਾਰਾਜ ਕਹਿੰਦੇ ਤੇਰੇ ਪੁੰਨ ਬਣ ਜਾਣਗੇ, ਫਿਰ ਤੂੰ ਪਰਉਪਕਾਰੀ ਬਣ ਜਾਏਗਾ, ਫਿਰ ਵੀ ਪਛਤਾਵਾ ਨਹੀਂ ਹੋਏਗਾ। ਸਤਿਗੁਰੂ ਸਾਹਿਬ ਫਰਮਾਉਂਦੇ ਨੇ, ਮਹੱਲਾ ਦੂਜਾ, ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਸਾਧ ਸੰਗ ਜਿਹੜੇ ਬੱਧਾ ਚੱਟੀ ਕੁਝ ਵੀ ਕਰਨ, ਮਹਾਰਾਜ ਕਹਿੰਦੇ ਨਾ ਉਹ ਤਾਂ ਗੁਣੀ ਹੈ ਤੇ ਨਾ ਹੀ ਉਹ ਕੋਈ ਪਰਉਪਕਾਰ ਦਾ ਕੰਮ ਹੈ। ਭਾਵ ਕਿ ਸਤਿਗੁਰੂ ਕਹਿੰਦੇ ਜੋ ਵੀ ਕਰਨਾ ਪ੍ਰੇਮ ਦੇ ਵਿੱਚ ਕਰ। ਦੂਸਰੇ ਪਾਤਸ਼ਾਹ ਮਹਾਰਾਜ ਨੇ ਜੋ ਵੀ ਸਤਿਗੁਰੂ ਸਾਹਿਬ ਦੀ ਸੇਵਾ ਕੀਤੀ ਨਾ, ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ, ਉਹ ਪ੍ਰੇਮ ਦੇ ਵਿੱਚ ਕੀਤੀ ਹੈ, ਕੋਈ ਬੱਧਾ ਚੱਟੀ ਨਹੀਂ ਕੀਤੀ। ਬੱਧਾ ਚੱਟੀ ਤਾਂ ਸਾਧ ਸੰਗਤ ਕੋਈ 10 ਦਿਨ ਕਰ ਲਏਗਾ, 5 ਦਿਨ ਕਰ ਲਏਗਾ। ਨਿਸ਼ਕਾਮ ਭਾਵਨਾ ਦੇ ਨਾਲ ਸੇਵਾ ਕਰਨੀ ਬਹੁਤ ਔਖੀ ਹੁੰਦੀ ਹੈ। ਸਕਾਮ ਕਰਮ ਅਸੀਂ ਬਹੁਤ ਕਰਦੇ ਹਾਂ। ਬੇਨਤੀ ਹੈ ਕਿ ਅਸੀਂ ਨਿਸ਼ਕਾਮ ਵੀ ਕਰਿਆ ਕਰੀਏ, ਬਿਨਾਂ ਕੋਈ ਆਸਾ ਰੱਖੇ ਤੋਂ ਕਿ ਸਤਿਗੁਰੂ ਸਾਨੂੰ ਬਖਸ਼ਿਸ਼ ਕਰ ਦੇਣਗੇ, ਮੁਕਤੀ ਦੀ ਦਾਤ ਦੇਣਗੇ। ਤੇ ਅਸੀਂ ਕਰਦੇ ਹਾਂ ਬੱਧਾ ਚੱਟੀ, 10 ਦਿਨ ਕਰ ਲਿਆ, ਮਹੀਨਾ ਕਰ ਲਿਆ। ਜਿਹੜਾ ਬੱਧਾ ਰੁੱਧਾ ਕੰਮ ਕਰਨਾ, ਮਹਾਰਾਜ ਕਹਿੰਦੇ ਨਾ ਤਾਂ ਉਹਦਾ ਕੋਈ ਗੁਣ ਲਾਭ ਹੀ ਮਿਲਦਾ ਹੈ ਤੇ ਨਾ ਹੀ ਕੋਈ ਉਹਦਾ ਪਰਉਪਕਾਰ ਹੈ ਕਿਸੇ ਦੇ ਉੱਪਰ। ਮਹਾਰਾਜ ਦੀ ਬਾਣੀ ਇਹ ਕਹਿੰਦੀ ਹੈ, ਦਸਮ ਪਾਤਸ਼ਾਹ ਮਹਾਰਾਜ ਦੇ ਅਸੀਂ ਸਵਈਏ ਰੋਜ਼ ਨਿਤਨੇਮ ਦੇ ਵਿੱਚ ਪੜ੍ਹਦੇ ਹਾਂ। ਮਹਾਰਾਜ ਕਹਿੰਦੇ ਨੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮ ਕੀਤਾ ਪ੍ਰਭੂ ਨਾਲ, ਉਹੀ ਵਾਹਿਗੁਰੂ ਦੀ ਪ੍ਰਾਪਤੀ ਕਰ ਪਾਉਂਦੇ ਨੇ। ਪ੍ਰੇਮ ਦੇ ਵਿੱਚ ਤਾਂ ਹੀ ਸਾਧ ਸੰਗਤ ਗੁਰੂ ਘਰ ਦੇ ਵਿੱਚ ਪ੍ਰੇਮਾ ਭਗਤੀ ਦੀ ਬਹੁਤ ਵੱਡੀ ਮਹਾਨਤਾ ਹੈ। ਪ੍ਰੇਮ ਦੇ ਨਾਲ ਜੁੜ ਕੇ ਸਭ ਕੁਝ ਕਰਨਾ। ਮੈਂ ਕਥਾ ਕਰਾਂ, ਬੱਧਾ ਰੁੱਧਾ ਕਰਾਂ, ਇਹਦਾ ਕੋਈ ਫਾਇਦਾ ਨਹੀਂ ਹੈ। ਤੇ ਜੇ ਪ੍ਰੇਮ ਦੇ ਵਿੱਚ ਸਤਿਗੁਰੂ ਸਾਹਿਬ ਮਹਾਰਾਜ ਸੇਵਾ ਲੈ ਲੈਣ ਸਾਧ ਸੰਗਤ, ਫਿਰ ਸਾਡੀ ਕੀਤੀ ਹੋਈ ਕਥਾ ਫਿਰ ਕਥਾ ਨਹੀਂ ਰਹਿ ਜਾਂਦੀ, ਫਿਰ ਇਹ ਭਗਤੀ ਬਣ ਜਾਂਦੀ ਹੈ। ਜੇਕਰ ਤੁਸੀਂ ਪ੍ਰੇਮ ਦੇ ਵਿੱਚ ਬਹਿ ਕਰਕੇ ਕਥਾ ਸੁਣ ਲਓ, ਕੀਰਤਨ ਸੁਣ ਲਓ, ਹਾਜ਼ਰੀ ਭਰ ਲਓ, ਫਿਰ ਤੁਹਾਡੀ ਇਹ ਸਾਰੀ ਹਾਜ਼ਰੀ ਭਗਤੀ ਬਣ ਜਾਏਗੀ। ਸਤਿਗੁਰੂ ਮਹਾਰਾਜ ਬਹੁਤ ਇਹਦੇ 'ਤੇ ਬਖਸ਼ਿਸ਼ ਕਰ ਦਿੰਦੇ ਹਨ। ਮਹਾਰਾਜ ਕਹਿੰਦੇ, ਸੇਤੀ ਖੁਸ਼ੀ ਸਵਾਰੀ ਹੈ, ਨਾਨਕ ਕਾਰਜ ਸਾਰ। ਜਿਹੜਾ ਖੁਸ਼ੀ ਦੇ ਨਾਲ, ਮਨ ਦੀ ਪ੍ਰਸੰਨਤਾ ਦੇ ਨਾਲ ਜਿਹੜਾ ਕਾਰਜ ਕਰਨਾ ਨਾ, ਸਤਿਗੁਰੂ ਕਹਿੰਦੇ ਉਹ ਜਿਹੜੇ ਕਾਰਜ ਤੇਰੇ ਸਰ ਹਨ, ਭਾਵ ਕੇ ਪੂਰੇ ਹਨ। ਉਹ ਸਤਿਗੁਰੂ ਸਾਹਿਬ ਮਹਾਰਾਜ ਐਸੇ ਕੰਮਾਂ ਨੂੰ ਜਿਹੜੇ ਖੁਸ਼ੀ ਨਾਲ ਕੀਤੇ ਨੇ, ਉਹ ਕੰਮ ਤੂੰ ਸਾਰ ਸਿਰੇ ਚੜ੍ਹੇ ਜਾਣ, ਉਹ ਕੰਮ ਤੂੰ ਆਪਣੇ ਪੂਰੇ ਜਾਣ ਕੇ ਰੱਬ ਦੇ ਘਰ ਵਿੱਚ ਪ੍ਰਵਾਨਨੀਕ ਕੰਮ ਨੇ, ਜਿਹੜੇ ਪ੍ਰੇਮ ਨਾਲ ਸ਼ਰਧਾ ਨਾਲ ਕੀਤੇ ਹੋਏ ਨੇ। ਜੇਕਰ ਘਰੋਂ ਆਉਂਦਾ ਵੀ ਮੈਂ ਗੁਰਦੁਆਰਾ ਸਾਹਿਬ ਸੇਵਾ ਕਰਨੀ ਹੈ, ਮੰਨ ਲਓ ਇਸ ਗੁਰੂ ਘਰ ਦੇ ਵਿੱਚ ਹੀ ਸਤਿਗੁਰੂ ਦੇ ਦਰਬਾਰ ਦੀ, ਕਿ ਅੱਜ ਮੈਂ ਗੁਰਦੁਆਰਾ ਥੰਮ ਸਾਹਿਬ ਜੀ ਜਾਣਾ, ਤੇ ਇੱਥੇ ਆ ਕਰਕੇ ਮਨ ਦਾ ਹੱਠ ਹੀ ਹੈ, ਹੋਰ ਪ੍ਰੇਮ ਨਹੀਂ ਹੈਗਾ, ਤੇ ਖੁਸ਼ੀ ਵੀ ਮਨ ਵਿੱਚ ਕੋਈ ਨਹੀਂ ਹੈ। ਜੇ ਕੋਈ ਨੇੜੇ ਦੀ ਲੰਘਿਆ ਤੇ ਉਹਨੂੰ ਹੀ ਦਬਕਾ ਮਾਰ ਦਿੱਤਾ, ਭਾਂਡੇ ਬਰਤਨ ਮਾਂਜ ਰਿਹਾ ਤੇ ਨਾਲਦਿਆਂ ਨੂੰ ਘੂਰੀ ਜਾਂਦਾ, ਈਰਖਾ ਨਾਲ ਦੇਖਦਾ, ਫਿਰ ਕੋਈ ਐਸਾ ਫਾਇਦਾ ਨਹੀਂ। ਜੇ ਪ੍ਰੇਮ ਨਾਲ ਸੰਗਤ ਨਾਲ ਰਵੇ ਤੇ ਫਿਰ ਸਤਿਗੁਰੂ ਕਹਿੰਦੇ ਨੇ ਤੇਰੇ ਕੰਮ ਸਿਰੇ ਚੜ੍ਹੇ ਹਨ, ਤੇਰੇ ਪ੍ਰਵਾਨਨੀਕ ਕੰਮ ਹਨ। ਮਹੱਲਾ ਦੂਜਾ, ਮਨ ਹਠ ਤਰਫ ਨਾ ਜਿਪਈ, ਜੇ ਬਹੁਤਾ ਘਾਲੇ। ਸਤਿਗੁਰੂ ਸਾਹਿਬ ਕਹਿੰਦੇ ਜੇਕਰ ਬੰਦਾ ਪ੍ਰੇਮ ਤੋਂ ਬਿਨਾਂ ਜਿੰਨੀ ਮਰਜ਼ੀ ਮਿਹਨਤ ਕਰ ਲਵੇ, ਹੱਠ ਕਰਨਾ ਕਰੇ, ਰੱਬ ਵਾਲੇ ਪਾਸੇ ਨੂੰ ਤੁਰੇ, ਹੱਠ ਕਰੀ ਜਾਵੇ ਕਿ ਮੈਂ ਰੱਬ ਨੂੰ ਪਾ ਲੈਣਾ ਹੈ, ਜੇ ਤੇ ਪ੍ਰੇਮ ਕਰੇਗਾ ਤੇ ਵਾਹਿਗੁਰੂ ਪਰਮਾਤਮਾ ਮਿਲੇਗਾ। ਕਿਉਂਕਿ ਮਹਾਰਾਜ ਕਹਿੰਦੇ, ਭੋਲੇ ਭਾਏ ਮਿਲੇ ਰਘੁਰਾਇਆ, ਚਤੁਰਾਈ ਨਹਿ ਚਤੁਰ ਕੁਝ ਪਾਈਏ। ਚਤੁਰਾਈਆਂ ਨਾਲ ਨਹੀਂ ਮਿਲਦਾ, ਭੋਲੇ ਪ੍ਰੇਮ ਭਾਵ ਨਾਲ ਹੀ ਮਿਲੇਗਾ। ਉਹ ਬੱਚੇ ਜਿੱਦਾਂ ਹੁੰਦੇ ਨੇ ਇੱਦਾਂ ਦਾ ਬਣ ਜਾ ਰੱਬ ਨੂੰ ਪਾਉਣ ਵਾਸਤੇ। ਜੇਕਰ ਤੂੰ ਮਨ ਦਾ ਹੱਠ ਕਰਦਾ ਹੈ
कि ये काम हो के ही रवे। फिर महाराज कहते भावें जिन्नी मर्जी मेहनत करी जाओ तो रब भी नहीं मिलता। सतगुरु कहते मन हठ तरफ ना जिपई, मन हठ करके तुहाडा जित्या नहीं जाना। मन तो सतगुरु की बाणी नूं प्रेम नाल पढ़िया कर, प्रेम नाल विचारिया कर, सेवा करिया कर, तेरा मन जित्या जाएगा। जे हठ करेगा, सख्त करेगा, फिर मन जिहड़ा है ये जित्या नहीं जाता। भावें जिन्नी घाल मर्जी करी चल, प्रेम दे विच कर ते सतगुरु किरपा कर दिंदे ने। तरफ जिणै सदभाओ दे, जन नानक शब्द विचारे। इनू जित सकदा है। महाराज कहंदे किस तरह ये पासा, ये तरफ, ये पासा किद्दां जित्या जांदा, मन किवें जित्या जांदा? जेकर सत भाव दे, सच्ची भावना दे करके, प्रेम दे नाल, शुभ भावना दे नाल, चंगी भावना दे नाल शब्द नूं महाराज कहंदे शब्द विचारे, शब्द दी विचार करनी करे। ये सतगुरु साहब जी ने श्लोक बख्शिश करके फिर पौड़ी बख्शिश की है। पौड़ी करतै कारण जिन किया, सो जाने सोई। जो करता पुरख है अकाल पुरख वाहिगुरु परमात्मा, उस परमात्मा ने साध संगत सारी सृष्टि का कारण बनाया होया। इस संसार नूं पैदा करन दा कारण की है? ध्यान देना, जिन्ने भी संसार दे कारज ने ना, इन्हां पिछे कोई ना कोई कारण जरूर हुंदा है। असी जो भी करते हैं ना, इन्हां पिछे कारजां दे पिछे जिहड़े काम साडे दिखदे, इन्हां पिछे कोई ना कोई कारण है। जिहड़ी ये सारी प्रकृति बनाई है, बंदे दा कारण की है पिछे? बंदे दा कारण है कि देह दा कारण है पंज तत्त, पंजां तत्तां करके बनिया है। जां इस तरह कह लो साडे माता पिता भी साडा कारण ने, साडे जन्म दा, साडे इस देह दा। फिर साडे संसार विच आउण दा कारण एक ये भी है कि अज्ञानता भी है। अज्ञान करके ही जन्म हुंदा है बंदे दा, उस तरह नहीं। और ये सारे संसार दा कारण पंज तत्त ने। संसार पैदा होया तो सारे संसार दा कारण ये भी है कि जिहड़े तीन गुण हैं, रजो सतो तमो, ते माया भी इस संसार दा कारण है। माया परमात्मा ने पैदा की, माया तो तीन गुण पैदा होए, तिन्ना गुणा तो इस संसार की उत्पत्ति है। पर करते पुरख का कोई कारण नहीं हैगा, वो कारण रहत वाहिगुरु है। वो ऐसी एक चीज़ है, वह कोई मुੱਢ नहीं, कोई आद नहीं तो कोई अंत भी नहीं है। वो करता पुरख है, कारण जिन किया सो जाने सोई। महाराज कहते जिन्हें वाहिगुरु ने सब कुछ किया वो ही जानता है भाई सृष्टि नूं। जिस वाहिगुरु ने आप ही कारण पैदा करके ते संसार बनाया, वही जानता है। आपे सृष्ट उपाईन, आपे फुन गोई। आप ही सच्चे पातशाह ने सृष्टि पैदा की हुई है। फिर आप ही वाहिगुरु परमात्मा इस सृष्टि नूं, इस दुनिया नूं, इस संसार नूं खत्म कर दिंदे हैं। साध संगत वाहिगुरु इन्ने समर्थ ने, इस नूं बनाउंदे भी आप, पालना भी आप करदे, ते इत्थों तक फिर इस संसार दा, इस दा अंत भी वाहिगुरु दे हत्थ विच है। जुग चारे सब भव थकी, किन कीमत होई। महाराज कहंदे असी तां चार युग, जिहड़ी चवां युगां दी चौंकड़ी मन्नी जाती है, सतयुग, त्रेता, द्वापर ते कलयुग। चारे युगी कहंदे असी निगाह मार के देख लई है। भाव थकी तो भाव ये लेना, भाव थकी का अर्थ बनता कि भटक करके, थक करके देख लिया है। भाव के अपनी दृष्टि चला करके देख ली है चारे युगां दे विच कि किसी ने भी परमात्मा वाहिगुरु की कीमत नहीं पाई। ओदी बजुर्गी, ओदी सियाणप, वो वाहिगुरु साहब जी की करते हैं,
ਇਹਦੇ ਬਾਰੇ ਕੋਈ ਕੀਮਤ ਨਹੀਂ, ਕੋਈ ਅੰਤ ਹੈ ਹੀ ਨਹੀਂ ਹੈ। ਸਤਿਗੁਰ ਏਕ ਵਿਖਾਲਿਆ ਮਨ ਤਨ ਸੁਖ ਹੋਈ। ਸਤਿਗੁਰੂ ਕਹਿੰਦੇ ਸੱਚੇ ਸਤਿਗੁਰੂ ਨੇ ਨਾ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੂਸਰੇ ਪਾਤਸ਼ਾਹ ਜੀ ਇਹ ਕਹਿ ਰਹੇ ਹਨ, ਕਹਿੰਦੇ ਅਸੀਂ ਸਾਰੀ ਦ੍ਰਿਸ਼ਟੀ ਲਾ ਕੇ ਆਪਣਾ ਧਿਆਨ ਲਾ ਕੇ ਦੇਖ ਲਿਆ ਕਿ ਪ੍ਰਭੂ ਦੀ ਕੀਮਤ ਕੋਈ ਨਹੀਂ ਹੈ। ਇਹ ਤਾਂ ਸਤਿਗੁਰੂ ਸਾਹਿਬ ਦੀ ਕਿਰਪਾ ਹੈ ਕਿ ਮਹਾਰਾਜ ਸਾਹਿਬ ਨੇ ਸਾਨੂੰ ਇੱਕ ਪਰਮਾਤਮਾ ਦਿਖਾ ਦਿੱਤਾ ਹੈ, ਇੱਕ ਵਾਹਿਗੁਰੂ ਦੇ ਨਾਲ ਜੋੜ ਦਿੱਤਾ, ਇੱਕ ਦਿਖਾ ਦਿੱਤਾ ਹੈ। ਮਨ ਤਨ ਸੁਖ ਹੋਈ। ਹੁਣ ਸਾਡੇ ਮਨ ਤਨ ਸਰੀਰ ਅੰਦਰ ਮਨ ਅੰਦਰ ਸੁਖ ਪ੍ਰਾਪਤ ਹੋ ਗਿਆ ਹੈ। ਗੁਰ ਪ੍ਰਸਾਦ ਜਿਹੜਾ ਅਸੀਂ ਸ਼ਬਦ ਪੜ੍ਹਦੇ ਹਾਂ, ਇਹਦਾ ਭਾਵ ਹੈ ਕਿ ਗੁਰੂ ਦੀ ਕਿਰਪਾ ਸਦਕਾ। ਮਹਾਰਾਜ ਕਹਿੰਦੇ ਸੱਚੇ ਸਤਿਗੁਰੂ ਸਾਹਿਬ ਜੀ ਨੇ ਸਾਡੇ 'ਤੇ ਕਿਰਪਾ ਕੀਤੀ ਹੈ। ਗੁਰਮੁਖ ਸਦਾ ਸਲਾਹੀਐ ਕਰਤਾ ਕਰੇ ਸੋ ਹੋਈ। ਮਹਾਰਾਜ ਕਹਿੰਦੇ ਜੋ ਕਰਤਾਰ ਸਾਰਾ ਕੁਝ ਕਰ ਰਿਹਾ, ਕਰਤਾ ਕਰੇ ਸੋ ਹੋਈ। ਜੋ ਵਾਹਿਗੁਰੂ ਨੇ ਕਰਨਾ ਹੋਣਾ ਉਹੀ ਹੈ। ਉਹਦੀ ਰਜ਼ਾ ਤੋਂ ਬਿਨਾਂ, ਉਹਦੇ ਹੁਕਮ ਤੋਂ ਬਿਨਾਂ ਸਾਧ ਸੰਗਤ ਕੁਛ ਵੀ ਨਹੀਂ ਹੁੰਦਾ। ਪਰਮਾਤਮਾ ਨੂੰ ਜੋ ਭਾਉਂਦਾ, ਜੋ ਚੰਗਾ ਲੱਗਦਾ ਉਹੀ ਸੰਸਾਰ ਦੇ ਵਿੱਚ ਵਰਤਦਾ ਪਿਆ ਹੈ। ਜੇ ਪਰਮਾਤਮਾ ਦੀ ਇੱਛਾ ਨਾ ਹੋਵੇ, ਉਹਦੀ ਮਰਜ਼ੀ ਨਾ ਹੋਵੇ, ਉਹਦੀ ਰਜ਼ਾ ਨਾ ਹੋਵੇ, ਉਹਦਾ ਹੁਕਮ ਨਾ ਹੋਵੇ, ਉਹਦੀ ਆਗਿਆ ਨਾ ਹੋਵੇ ਤਾਂ ਕੁਛ ਵੀ ਨਹੀਂ ਹੈ। ਦੂਸਰੇ ਪਾਤਸ਼ਾਹ ਮਹਾਰਾਜ ਨੂੰ ਜਦੋਂ ਆਪ ਹੀ ਸਤਿਗੁਰੂ ਨੇ ਕਿਰਪਾ ਕਰਕੇ ਖਿਆਲ ਪੈਦਾ ਕੀਤਾ, ਜਦੋਂ ਸਤਿਗੁਰੂ ਨੇ ਪਰਖ ਕੀਤੀ ਸਿੱਖਾਂ ਦੀ, ਤੇ ਦੂਸਰੇ ਪਾਤਸ਼ਾਹ ਮਹਾਰਾਜ ਵੀ ਵਿੱਚ ਹੀ ਸਨ। ਮਹਾਰਾਜ ਨੇ ਪੁੱਛਿਆ ਕਿ ਰਾਤ ਕਿੰਨੀ ਬਤੀਤ ਹੋ ਗਈ ਹੈ। ਵੇਖ ਕਰਕੇ ਸਿੱਖ ਕਹਿੰਦੇ ਨੇ ਬਾਬਾ ਬੁੱਢਾ ਸਾਹਿਬ ਜੀ ਹੋਰ ਸਿੱਖ, ਮਹਾਰਾਜ ਅੱਧੀ ਰਾਤ ਲੰਘ ਗਈ ਹੈ ਤੇ 2 ਪਹਿਰ ਉੱਪਰ ਹਨ। ਕੋਈ ਆਪਣੇ ਹਿਸਾਬ ਨਾਲ ਕਹਿੰਦਾ 1 ਘੜੀ ਉੱਪਰ ਥੱਲੇ ਹੈ। ਤੇ ਜਦੋਂ ਸਤਿਗੁਰੂ ਜੀ ਨੂੰ ਪੁੱਛਿਆ ਦੂਜੇ ਪਾਤਸ਼ਾਹ ਨੂੰ, ਤੇ ਕਹਿਣ ਲੱਗੇ ਮਹਾਰਾਜ ਜਿੰਨੀ ਲੰਘ ਗਈ ਆਪ ਜੀ ਦੇ ਭਾਣੇ ਵਿੱਚ ਲੰਘ ਗਈ, ਜਿੰਨੀ ਰਹਿ ਗਈ ਉਹ ਆਪ ਜੀ ਦੇ ਭਾਣੇ ਵਿੱਚ ਬਾਕੀ ਰਹਿ ਗਈ ਹੈ। ਇੰਨੀ ਸਤਿਗੁਰੂ ਸਾਹਿਬ ਦੀ ਸਾਧ ਸੰਗਤ ਨਿਗਾਹ ਭਾਵਨਾ ਸਮਰੱਥ ਹੈ। ਇੰਨੇ ਵੱਡੇ ਸੇਵਕ ਸਨ ਮਹਾਰਾਜ ਸਾਹਿਬ ਜੀ। ਤਾਂ ਕਰਕੇ ਗੁਰਤਾ ਗੱਦੀ ਦੀ ਇਹ ਬਖਸ਼ਿਸ਼ ਪ੍ਰਾਪਤ ਹੋਈ ਹੈ। ਤੇ ਮਹਾਰਾਜ ਕਹਿੰਦੇ ਜੋ ਕਰਤਾ ਪੁਰਖ ਕਰ ਰਿਹਾ ਹੈ ਨਾ, ਉਹਦੀ ਰਜ਼ਾ ਵਿੱਚ ਹੀ ਸਾਰਾ ਕੁਝ ਹੁੰਦਾ ਪਿਆ ਹੈ। ਗੁਰਮੁਖ ਸਦਾ ਸਲਾਹੀ ਹੈ। ਤੇ ਉਸ ਸਤਿਗੁਰੂ ਸਾਹਿਬ ਜੀ ਨੂੰ, ਉਸ ਪਰਮਾਤਮਾ ਨੂੰ ਗੁਰਸਿੱਖਾਂ ਦੇ ਦੁਆਰਾ, ਗੁਰਮੁਖਾਂ ਦੇ ਦੁਆਰਾ ਸਲਾਹੁਣਾ ਕਰੋ। ਸੰਗਤ ਵਿੱਚ ਬੈਠ ਕੇ ਗੁਰਮੁਖ ਸਦਾ ਸ਼ਬਦ ਦਾ ਅਰਥ ਇਹ ਵੀ ਹੈ ਕਿ ਗੁਰੂ ਸਾਹਿਬ ਜੀ ਦੇ ਦੁਆਰਾ, ਮੁਖੀ ਸਤਿਗੁਰਾਂ ਦੇ ਦੁਆਰਾ ਉਸ ਕਰਤੇ ਪੁਰਖ ਨੂੰ ਸਲਾਹੁਣਾ ਕਰੀਏ, ਉਹਦੀ ਵਡਿਆਈ ਪਰਮਾਤਮਾ ਦੀ ਕਰਨੀ ਕਰੀਏ, ਪਰਮੇਸ਼ਰ ਦੀ। ਜੋ ਉਹ ਵਾਹਿਗੁਰੂ ਕਰਦੇ ਹਨ ਸੰਸਾਰ ਦੇ ਵਿੱਚ ਉਹੋ ਹੀ ਹੁੰਦਾ ਹੈ, ਉਹੋ ਹੀ ਸਾਧ ਸੰਗਤ ਅੱਗੇ ਕਾਰ ਚੱਲਦੀ ਹੈ, ਅੱਗੇ ਪਰਮਾਤਮਾ ਬਖਸ਼ਿਸ਼ ਕਰਦੇ ਨੇ। ਇਹ ਸਤਿਗੁਰੂ